हाँ जी, सत श्री अकाल साਰਿਆਂ ਨੂੰ। मैं निशांत थोड़ा स्वागत करता हाँ AD4 IAS ਦੇ YouTube ਚੈਨਲ ਤੇ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ ਮਤਲਬ ਕਿ ਹੁਣ ਤੋਂ ਅਸੀਂ PCS ਐਗਜ਼ੀਕਿਊਟਿਵ ਬ੍ਰਾਂਚ ਦਾ ਫ੍ਰੀ ਕੋਰਸ ਸਟਾਰਟ ਕਰ ਰਹੇ ਹਾਂ। ਤਾਂ ਪਹਿਲਾ ਸਬਜੈਕਟ ਜਿਹੜਾ ਕਵਰ ਕੀਤਾ ਜਾਊਗਾ, ਜਿਹੜਾ ਮੈਂ ਪੜਾਉਂਗਾ, ਉਹ ਹੈ ਇੰਡੀਅਨ ਪੋਲਿਟੀ। ਇੰਡੀਅਨ ਪੋਲਿਟੀ ਦੇ ਤੁਸੀਂ 8 ਤੋਂ 10 ਕੁਐਸਚਨ ਐਕਸਪੈਕਟ ਕਰ ਸਕਦੇ ਹੋ। ਜਿੱਦਾਂ ਕਿ 100 ਕੁਐਸਚਨ ਦਾ ਪੇਪਰ ਹੁੰਦਾ ਤਾਂ ਅਰਾਊਂਡ 8 ਤੋਂ 10 ਕੁਐਸਚਨ ਤੁਸੀਂ ਐਕਸਪੈਕਟ ਕਰ ਸਕਦੇ ਹੋ। ਆਓ ਆਪਣਾ ਸਿਲੇਬਸ ਅਸੀਂ ਸਟਾਰਟ ਕਰਦੇ ਹਾਂ। ਤਾਂ ਪਹਿਲਾ ਟੌਪਿਕ ਜਿਹੜਾ ਆਪਾਂ ਸਟਾਰਟ ਕਰਨਾ ਹੈ ਉਹ ਹੈ ਪ੍ਰੀਐਮਬਲ। ਦ ਪ੍ਰੀਐਮਬਲ। ਪ੍ਰੀਐਮਬਲ ਕਿਉਂ ਆਇਆ, ਉਹਦੇ ਪਿੱਛੇ ਆਪਾਂ ਨੂੰ ਇਹਦਾ ਸਮਝਣਾ ਪਊਗਾ ਕਿ ਕੀ ਕਾਰਨ ਰਿਹਾ ਹੈ ਪ੍ਰੀਐਮਬਲ, ਕੀ ਹਿਸਟਰੀ ਰਹੀ ਹੈ ਪ੍ਰੀਐਮਬਲ ਨੂੰ ਲੈ ਕੇ ਆਉਣ ਦੀ। ਤਾਂ ਆਪਾਂ ਥੋੜਾ ਜਿਹਾ ਪਹਿਲਾਂ ਹਿਸਟੋਰੀਕਲ ਅੰਡਰਸਟੈਂਡਿੰਗ ਸਮਝਾਂਗੇ। ਇੰਡੀਆ ਆਜ਼ਾਦ ਹੋਣ ਦੀ ਕਗਾਰ ਤੇ ਸੀਗਾ। 1946 ਦੀ ਗੱਲ ਕਰ ਰਿਹਾ ਮੈਂ। 1946 ਨੂੰ 9 ਦਸੰਬਰ 1946 ਨੂੰ ਸਾਡੀ ਪਹਿਲੀ ਕਨਸਟੀਟਿਊਐਂਟ ਅਸੈਂਬਲੀ ਬੈਠੀ। ਸਾਡੀ ਪਹਿਲੀ ਕਨਸਟੀਟਿਊਐਂਟ ਅਸੈਂਬਲੀ ਬੈਠੀ, ਜਿਹਦੇ ਚ ਅਰਾਊਂਡ 300 ਲੋਕ ਸੀਗੇ। ਤਾਂ ਜਿਹੜੀ ਪਹਿਲੀ ਸਿਟਿੰਗ ਹੈ ਉਹ ਬੈਠੀ 9 ਦਸੰਬਰ 1946 ਨੂੰ। ਇਹ ਕਨਸਟੀਟਿਊਐਂਟ ਅਸੈਂਬਲੀ ਦਾ ਕੰਮ ਸੀਗਾ ਕਿ ਆਪਾਂ ਆਪਣੇ ਭਾਰਤ ਵਾਸਤੇ ਸੰਵਿਧਾਨ ਬਣਾਉਣਾ, ਆਪਾਂ ਇੰਡੀਆ ਵਾਸਤੇ ਕਨਸਟੀਟਿਊਸ਼ਨ ਬਣਾਉਣਾ। ਇਹ ਕਨਸਟੀਟਿਊਐਂਟ ਅਸੈਂਬਲੀ 9 ਦਸੰਬਰ 1946 ਨੂੰ ਬੈਠੀ। ਜਸਟ ਆਫਟਰ 4 days 13 ਦਸੰਬਰ 1946 ਨੂੰ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਸਾਹਿਬ ਇੱਕ ਡਾਕੂਮੈਂਟ ਲੈ ਕਰ ਆਏ। ਉਸ ਡਾਕੂਮੈਂਟ ਦਾ ਨਾਮ ਸੀਗਾ ਆਬਜੈਕਟਿਵਸ ਰੈਜ਼ੋਲੂਸ਼ਨ। ਇਹ ਨਾਮ ਯਾਦ ਰੱਖਣਾ। ਉਸ ਡਾਕੂਮੈਂਟ ਦਾ ਨਾਮ ਸੀਗਾ ਆਬਜੈਕਟਿਵਸ ਰੈਜ਼ੋਲੂਸ਼ਨ। ਉਹ ਆਬਜੈਕਟਿਵਸ ਰੈਜ਼ੋਲੂਸ਼ਨ ਚ ਕੁਝ ਇਹੋ ਜਿਹੇ ਪੁਆਇੰਟਸ ਮੈਂਸ਼ਨ ਸੀਗੇ ਜਿਹੜੇ ਦੱਸਦੇ ਸੀਗੇ ਕਿ ਆਪਾਂ ਜਿਹੜਾ ਸੰਵਿਧਾਨ ਬਣਾਉਣਾ ਹੈ ਉਹਦੇ ਵਿੱਚ ਕੀ ਪੁਆਇੰਟ ਡਿਸਕਸ ਕਰਨੇ, ਕਿ ਆਪਣਾ ਭਾਰਤ ਕਿੱਦਾਂ ਦਾ ਹੋਣਾ ਚਾਹੀਦਾ, ਆਪਣੇ ਭਾਰਤ 'ਚ ਜਿਹੜੇ ਲੋਕ ਰਹਿਣਗੇ, ਜਿਹੜੇ ਆਪਣੇ ਸਿਟੀਜ਼ਨਸ ਹੋਣਗੇ, ਉਹਨਾਂ ਨੂੰ ਕਿੱਦਾਂ ਦੇ ਹੱਕ ਮਿਲਣਗੇ, ਆਪਾਂ ਜਸਟਿਸ ਦੇਣਾ ਹੈ ਲੋਕਾਂ ਨੂੰ, ਨਹੀਂ ਦੇਣਾ, ਆਪਾਂ ਲਿਬਰਟੀ ਦੇਣੀ ਹੈ, ਨਹੀਂ ਦੇਣੀ ਹੈ, ਇਕੁਆਲਿਟੀ ਦੇਣੀ ਹੈ ਤਾਂ ਕਿੱਦਾਂ ਦੀ ਦੇਣੀ ਹੈ। ਇਹ ਸਾਰੀ ਚੀਜ਼ਾਂ ਆਪਾਂ ਡਿਸਕਸ ਕਰਨੀਆਂ ਸੀਗੀਆਂ। ਉਹ ਸਭ ਚੀਜ਼ਾਂ ਆਬਜੈਕਟਿਵ ਰੈਜ਼ੋਲੂਸ਼ਨ ਚ ਮੈਂਸ਼ਨ ਸੀਗੀਆਂ। ਤਾਂ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਜਦ ਪੇਸ਼ ਕੀਤਾ ਗਿਆ, ਹਾਲਾਂਕਿ ਉਹਨੂੰ ਪਾਸ ਕਰ ਲਿਆ ਗਿਆ ਜਨਵਰੀ ਚ ਜਾ ਕੇ ਉਹਨੂੰ ਪਾਸ ਕਰ ਲਿਆ ਗਿਆ, ਤੇ ਲਾਸਟ ਜਾ ਕੇ ਇਹੀ ਆਬਜੈਕਟਿਵ ਰੈਜ਼ੋਲੂਸ਼ਨ ਸਾਡਾ ਪ੍ਰੀਐਮਬਲ ਬਣਿਆ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਅੱਜ ਦਾ ਪ੍ਰੀਐਮਬਲ ਜੋ ਕੁਝ ਇਸ ਤਰੀਕੇ ਦਾ ਦਿਖਦਾ ਹੈ, ਇਹ ਪ੍ਰੀਐਮਬਲ ਇੱਕ ਤਰ੍ਹਾਂ ਦੀ ਆਪਣੇ ਸੰਵਿਧਾਨ ਦੀ ਸਮਰੀ ਹੈ। ਨਾਰਮਲੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਚੈਪਟਰ ਦੀ ਸਮਰੀ ਹੁੰਦੀ ਹੈ, ਜਿਹੜੀ ਬੁੱਕ ਦੀ ਸਮਰੀ ਹੁੰਦੀ ਹੈ, ਉਹ ਹਮੇਸ਼ਾ ਬੁੱਕ ਦੇ ਐਂਡ ਤੇ ਜਾਂ ਚੈਪਟਰ ਦੇ ਐਂਡ ਤੇ ਹੁੰਦੀ ਹੈ। ਇਹ ਸਮਰੀ, ਕਨਸਟੀਟਿਊਸ਼ਨ ਦੀ ਸਮਰੀ ਦੀ ਖਾਸ ਗੱਲ ਇਹ ਹੈ ਕਿ ਇਹ ਕਨਸਟੀਟਿਊਸ਼ਨ ਦੀ ਸਟਾਰਟਿੰਗ 'ਚ ਹੈ। ਆਪਾਂ ਜਦੋਂ ਇਹਨੂੰ ਪੜਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਜਦੋਂ ਤੁਸੀਂ ਅਗਲੇ ਪੇਜ ਪੜੋਗੇ ਤਾਂ ਇਹ ਉਹ ਚੀਜ਼ ਬਸ ਏਦਾਂ ਦਾ ਹੀ ਕੁਝ ਲਿਖਿਆ ਹੋਇਆ ਹੈ। ਠੀਕ ਹੈ। ਸੋ ਦਿਸ ਇਜ਼ ਹਿਸਟੋਰੀਕਲ ਅੰਡਰਸਟੈਂਡਿੰਗ, ਦਿਸ ਇਜ਼ ਵਾਟ ਇਜ਼ ਹਿਸਟਰੀ ਬਿਹਾਈਂਡ ਦਾ ਪ੍ਰੀਐਮਬਲ। ਸੋ ਯੂ ਨੀਡ ਟੂ ਨੋ ਦਿਸ ਹਿਸਟਰੀ ਕਿ ਉਹ ਕਦੋਂ ਆਬਜੈਕਟਿਵ ਵੀ ਪ੍ਰੀਐਮਬਲ ਪਹਿਲਾਂ ਕੀ ਸੀਗਾ, ਉਹਦਾ ਬਲੂਪ੍ਰਿੰਟ ਕੀ ਸੀਗਾ, ਆਬਜੈਕਟਿਵ ਰੈਜ਼ੋਲੂਸ਼ਨ ਸੀਗਾ। ਆਪਾਂ ਪ੍ਰੀਐਮਬਲ ਨੂੰ ਕੀ ਸਮਝਦੇ ਆ? ਪ੍ਰੀਐਮਬਲ ਸਾਡੀ ਇੱਕ ਤਰ੍ਹਾਂ ਦੀ ਸਮਰੀ ਹੈ। ਜਿਹੜਾ ਪ੍ਰੀਐਮਬਲ ਉਹ ਕਿੱਥੋਂ ਲਿੱਤਾ ਗਿਆ? ਜਵਾਹਰ ਲਾਲ ਨਹਿਰੂ ਸਾਹਿਬ ਨੇ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਸੀ, ਉਹ ਉੱਥੋਂ ਲਿੱਤਾ ਗਿਆ। ਕਨਸਟੀਟਿਊਐਂਟ ਅਸੈਂਬਲੀ ਚ ਅਰਾਊਂਡ 299-300 ਮੈਂਬਰ ਸੀਗੇ। ਤਾਂ ਇਹ ਚੀਜ਼ ਤੋਂ ਤੁਹਾਡੇ ਕੁਐਸਚਨ ਕੁਝ ਬਣ ਸਕਦੇ ਆ। ਕਮਿੰਗ ਔਨ ਟੂ ਦਾ ਨੈਕਸਟ, ਪ੍ਰੀਐਮਬਲ ਜਿਹੜਾ ਅਸੀਂ ਪੜਾਂਗੇ ਟੌਪਿਕ, ਉਹ 4 ਪਾਰਟਸ ਪੜਾਂਗੇ। ਦ ਫਰਸਟ ਪਾਰਟ ਇਜ਼ ਸੋਰਸ ਆਫ ਅਥਾਰਟੀ, ਕਿ ਜਿਹੜਾ ਪ੍ਰੀਐਮਬਲ ਚ ਆਪਣੇ ਕਨਸਟੀਟਿਊਸ਼ਨ ਦਾ ਸੋਰਸ ਮੈਂਸ਼ਨ ਹੈ, ਕਿ ਇਹ ਕਨਸਟੀਟਿਊਸ਼ਨ ਕਿਹਨੇ ਦਿੱਤਾ ਆਪਾਂ ਨੂੰ। ਦੂਜਾ ਉਹਦੇ ਚ ਮੈਂਸ਼ਨ ਹੈ ਕਿ ਸਾਡਾ ਨੇਚਰ ਆਫ ਕੰਟਰੀ ਕਿੱਦਾਂ ਰਹੂਗਾ, ਕਿ ਜਿਹੜੀ ਸਾਡੀ ਕੰਟਰੀ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ। ਉਹ ਆਜ਼ਾਦ ਸੋਵਰਨ ਹੋਣੀ ਚਾਹੀਦੀ ਹੈ,
ਉਹ ਸੋਸ਼ਲਿਸਟ ਹੋਣੀ ਚਾਹੀਦੀ ਹੈ, ਉਹ ਸੈਕੂਲਰ ਹੋਣੀ ਚਾਹੀਦੀ ਹੈ, ਜਾਂ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਸੰਵਿਧਾਨ ਬਣਾ ਰਹੇ ਹਾਂ ਤਾਂ ਪ੍ਰੀਐਮਬਲ ਜਿਹੜਾ ਲਿਖਿਆ ਹੋਇਆ ਹੈ ਉਹ ਕੰਟਰੀ ਦੀ ਆਬਜੈਕਟਿਵ ਕੀ ਹੈ, ਐਜ਼ ਅ ਕੰਟਰੀ ਸਾਡਾ ਆਬਜੈਕਟਿਵ ਕੀ ਕਿ ਸਾਡਾ ਭਾਰਤ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਫੀਚਰਸ ਕੀ ਹੋਣੇ ਚਾਹੀਦੇ ਉਹ। ਤੀਜਾ ਜਿਹੜਾ ਪ੍ਰੀਐਮਬਲ ਤੁਹਾਨੂੰ ਮਿਲੂਗਾ ਉਹ ਮਿਲੂਗਾ ਆਬਜੈਕਟਿਵਸ ਇਨ ਰੈਫਰੈਂਸ ਟੂ ਸਿਟੀਜ਼ਨਸ, ਕਿ ਸਿਟੀਜ਼ਨਸ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਕਿੱਦਾਂ ਦੇ ਆਬਜੈਕਟਿਵ ਕਿ ਆਪਾਂ ਕੀ ਰੱਖਣਾ ਹੈ, ਕਿ ਲੋਕ ਸਾਡੇ ਜਿਹੜੇ ਲੋਕ ਇੱਥੇ ਰਹਿ ਰਹੇ ਹੈ ਕਿਆ ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ, ਕਿਆ ਉਹਨਾਂ ਨੂੰ ਲਿਬਰਟੀ ਇਕੁਆਲਿਟੀ ਮਿਲਣੀ ਚਾਹੀਦੀ ਹੈ, ਉਹ ਸਭ ਚੀਜ਼ਾਂ। ਤੇ ਦ ਲਾਸਟ ਆਪਾਂ ਡਿਸਕਸ ਕਰਾਂਗੇ ਦੈਟ ਇਜ਼ ਡੇਟ ਆਫ ਅਡਾਪਸ਼ਨ, ਕਿ ਕਿਸ ਦਿਨ ਆਪਾਂ ਇਹ ਡੇਟ ਆਪਾਂ ਇਹ ਪ੍ਰੀਐਮਬਲ ਆਪਾਂ ਇਹ ਕਨਸਟੀਟਿਊਸ਼ਨ ਅਡਾਪਟ ਕੀਤਾ। ਚਲੋ ਪਹਿਲਾਂ ਸਟਾਰਟ ਕਰਦੇ ਹਾਂ ਆਪਾਂ ਸੋਰਸ ਆਫ ਅਥਾਰਟੀ ਨਾਲ। ਸੋਰਸ ਆਫ ਅਥਾਰਟੀ, ਜੇ ਤੁਸੀਂ ਪ੍ਰੀਐਮਬਲ ਨੂੰ ਇੱਥੇ ਦੇਖੋਗੇ, ਪ੍ਰੀਐਮਬਲ ਦੀ ਪਹਿਲੀ ਲਾਈਨ ਜਿਹੜੀ ਲਿਖੀ ਹੋਈ ਹੈ that is we the people of India, ਅਸੀਂ ਭਾਰਤ ਦੇ ਨਾਗਰਿਕ, we the people of India hereby adopt, enact and give to ourselves this constitution। ਮੇਰੀ ਗੱਲ ਧਿਆਨ ਨਾਲ ਸੁਣਨਾ, ਮੈਂ ਵਿੱਚ ਸਭ ਕੁਝ ਛੱਡ ਰਿਹਾ, ਫਿਲਹਾਲ ਸੋਰਸ ਆਫ ਅਥਾਰਟੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। we the people of India give to ourselves this constitution, ਅਸੀਂ ਭਾਰਤ ਦੇ ਲੋਕ ਆਪਦੇ ਆਪ ਨੂੰ ਇਹ ਸੰਵਿਧਾਨ ਦਿੰਨੇ ਆ। ਮਤਲਬ ਕਿ ਜਿਹੜਾ ਸੋਰਸ ਆਫ ਅਥਾਰਟੀ ਹੈ ਕਿ ਇਹ ਸੰਵਿਧਾਨ ਸਾਨੂੰ ਕਿਹਨੇ ਦਿੱਤਾ, ਕੀ ਅੰਗਰੇਜ਼ਾਂ ਨੇ ਦਿੱਤਾ? ਨਹੀਂ ਜੀ, ਅੰਗਰੇਜ਼ ਚਾਹੁੰਦੇ ਸੀਗੇ, ਸੱਚ ਕਹਾਣੀ ਦੱਸ ਰਿਹਾ ਮੈਂ ਤੁਹਾਨੂੰ, ਅੰਗਰੇਜ਼ ਚਾਹੁੰਦੇ ਸੀਗੇ ਕਿ ਅਸੀਂ ਜਦੋਂ ਆਪਦਾ ਸੰਵਿਧਾਨ ਬਣਾ ਲਈਏ, ਕਿਉਂਕਿ ਅਸੀਂ ਤਾਂ ਜਿਹੜੇ ਆਜ਼ਾਦ 1947 ਚ ਹੋਏ ਆ, 46 ਚ ਅਸੀਂ ਅਸੈਂਬਲੀ ਬਿਠਾ ਲਈ ਸੀਗੀ, ਉਹ ਤੁਸੀਂ ਹਿਸਟਰੀ ਚ ਸਿੱਖੋਗੇ ਕਿੱਦਾਂ ਕਿਉਂ ਹੋਇਆ ਇਦਾਂ। ਤੇ ਉਹ ਚਾਹੁੰਦੇ ਸੀਗੇ ਕਿ ਜਦੋਂ ਤੁਸੀਂ ਸੰਵਿਧਾਨ ਬਣਾ ਲਓ ਸਾਨੂੰ ਭੇਜਿਓ, ਅਸੀਂ ਸਾਈਨ ਕਰਕੇ ਦੱਸਾਂਗੇ ਕਿ ਭਾਈ ਤੁਸੀਂ ਇਹ ਅਪਲਾਈ ਕਰਨਾ, ਇੰਪਲੀਮੈਂਟ ਕਰਨਾ ਹੈ ਨਹੀਂ ਕਰਨਾ। ਪਰ ਅਸੀਂ ਥੋੜੀ ਜਿਹੀ ਚਾਲਾਕੀ ਖੇਡੀ, ਜੇ ਅਸੀਂ ਉਹ ਚਾਲਾਕੀ ਨਾ ਖੇਡਦੇ, ਜੇ ਅਸੀਂ ਉਹ ਸੰਵਿਧਾਨ ਵੇਚ ਦਿੰਦੇ ਤਾਂ ਇਹ ਵੀ ਦਾ ਪੀਪਲ ਆਫ ਇੰਡੀਆ ਅਸੀਂ ਨਹੀਂ ਲਿਖ ਪਾਣਾ ਸੀ। ਤਾਂ ਸੋਰਸ ਆਫ ਅਥਾਰਟੀ ਕੀ ਹੈ? ਸੋਰਸ ਆਫ ਅਥਾਰਟੀ ਹੈ ਅਸੀਂ ਭਾਰਤ ਦੇ ਨਾਗਰਿਕ, we the people of India give to ourselves this constitution। So what is source of authority? Source of authority is we the people of India, ਅਸੀਂ ਭਾਰਤ ਦੇ ਲੋਕਾਂ ਨੇ ਹੀ ਆਪਦੇ ਆਪ ਨੂੰ ਕਨਸਟੀਟਿਊਸ਼ਨ ਦਿੱਤਾ ਹੈ। ਅਸੀਂ ਆਪਸ ਵਿੱਚ ਡਿਸਾਈਡ ਕਰ ਲਿਆ ਕਿ ਬਈ ਅਸੀਂ ਇਹ ਹੱਕ ਬਣਾ ਰਹੇ ਹਾਂ, ਇਹ ਕਾਨੂੰਨ ਬਣਾ ਰਹੇ ਹਾਂ, ਇਹ ਇਸ ਤਰੀਕੇ ਨਾਲ ਪਾਰਲੀਮੈਂਟ ਚੱਲੂਗੀ, ਸਭ ਕੁਝ ਹੋਊਗਾ। ਤਾਂ ਆਪਾਂ ਇੱਕ ਤਰੀਕੇ ਦਾ ਆਪਸ ਚ ਕੰਟਰੈਕਟ ਕੀਤਾ ਹੈ, ਜਿਹਨੂੰ ਮੈਂ ਸੋਸ਼ਲ ਕੰਟਰੈਕਟ ਕਹਿਣ ਜਾ ਰਿਹਾ, ਕਿ ਸੋਸ਼ਲੀ ਸੋਸਾਇਟੀ ਨੇ ਆਪਸ ਚ ਇੱਕ ਕੰਟਰੈਕਟ ਕਰ ਲਿਆ ਕਿ ਬਈ ਆਪਾਂ ਸਾਰੇ ਡਿਸਾਈਡ ਕੀਤਾ ਕਿ ਵੀ ਇਹ ਹੱਕ ਹੋਣਗੇ। ਤਾਂ ਧਿਆਨ ਰੱਖਿਓ ਵੀ ਤੁਸੀਂ ਕਿਸੇ ਦਾ ਮਰਡਰ ਨਹੀਂ ਕਰ ਸਕਦੇ। ਜੇ ਮੇਰੇ ਕੋਲ ਜੀਣ ਦਾ ਹੱਕ ਹੈਗਾ ਤਾਂ ਤੁਹਾਡੇ ਕੋਲ ਤੁਹਾਡੇ ਉੱਪਰ ਡਿਊਟੀ ਹੈ ਕਿ ਤੁਸੀਂ ਕਿਸੇ ਨੂੰ ਮਾਰੋਗੇ ਨਹੀਂ। ਤੇ ਕੰਟਰੈਕਟ ਕਰ ਲਿਆ ਆਪਾਂ ਸੋਸ਼ਲੀ, ਇਹਨੂੰ ਆਪਾਂ ਸੋਸ਼ਲ ਕੰਟਰੈਕਟ ਕਹਿੰਦੇ। ਚਲੋ ਅੱਗੇ ਆਨੇ। ਨੈਕਸਟ, the nature of the country, the nature of the country over here is we the people of India, source of authority, having solemnly resolved to constitute India into a sovereign socialist democratic republic। ਆ ਜਿਹੜੇ 5 words ਲਿਖੇ ਹੈ, sovereign socialist democratic republic, sovereign socialist secular democratic republic, ਇਹ ਕੀ ਦੱਸਦੇ ਹੈ ਕਿ ਸਾਡਾ ਭਾਰਤ ਕਿੱਦਾਂ ਦਾ ਹੋਊਗਾ। ਸਾਡਾ ਭਾਰਤ ਹੋਊਗਾ ਸੋਵਰਨ, ਸਾਡਾ ਭਾਰਤ ਹੋਊਗਾ ਸੋਸ਼ਲਿਸਟ, ਸਾਡਾ ਭਾਰਤ ਹੋਊਗਾ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਹੋਊਗਾ। ਤਾਂ ਪ੍ਰੀਐਮਬਲ ਚ ਉਹੀ ਸਭ ਕੁਝ ਮੈਂਸ਼ਨ ਹੈ। ਤਾਂ ਨੇਚਰ ਆਫ ਦਾ ਕੰਟਰੀ ਔਰ ਆਬਜੈਕਟਿਵਸ ਇਨ ਰੈਫਰੈਂਸ ਟੂ ਦਾ ਕੰਟਰੀ, the first is sovereign, the first is sovereign। sovereign ਦਾ ਮਤਲਬ ਕੀ ਹੁੰਦਾ ਹੈ? sovereign ਦਾ ਮਤਲਬ ਹੁੰਦਾ ਹੈ ਕਿ you are free from interference, you are free from interference। देखो इंडिपेंडेंस ਤੇ सोवरेन थोड़ा फर्क होता है, ठीक है, वो आप ਇੱਥੇ डिस्कस नहीं करेंगे क्योंकि ਸਾਡੇ ऑब्जेक्टिव क्वेश्चन आने हैं, ਆਪਾਂ ਕੋਈ ਆਨਸਰ ਰਾਈਟਿੰਗ नहीं करनी है। तो सिर्फ ਜਿਹੜੇ मेन पॉइंट्स है, फैक्चुअल पॉइंट्स ਉਹਦੇ ਉੱਪਰ ਆਪਾਂ ਫੋਕਸ ਕਰਾਂਗੇ। फ्री from interference। नाउ ਅਸੀਂ ਪੜਨ ਬੈਠੇ, ਸਾਨੂੰ ਇੰਟਰਫੇਰੈਂਸ ਹੋ ਰਹੀ ਹੈ। ਇੱਕ ਇੰਟਰਫੇਰੈਂਸ ਤੁਹਾਡਾ ਕੋਈ ਛੋਟਾ ਭੈਣ ਭਰਾ ਜਾਂ ਵੱਡਾ ਕੋਈ ਭਾਈ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ, ਉਹ ਕਿੱਦਾਂ ਦੀ ਇੰਟਰਫੇਰੈਂਸ ਹੋ ਗਈ? ਇੰਟਰਨਲ, ਵੀ ਘਰ ਦੇ ਅੰਦਰ ਹੀ ਆਪਾਂ ਨੂੰ ਕੋਈ ਜਵਾਕ ਹੈ ਜਿਹੜਾ ਪਰੇਸ਼ਾਨ ਕਰ ਰਿਹਾ, ਮੈਨੂੰ ਪੜਨ ਨਹੀਂ ਦੇ ਰਿਹਾ। ਦੂਜਾ ਇੰਟਰਫੇਰੈਂਸ, ਬਈ ਗਵਾਂਢੀਆਂ ਨੂੰ ਪਤਾ ਲੱਗ ਗਿਆ ਵੀ ਬੰਦਾ ਪੇਪਰ ਪੀਸੀਐਸ ਦੇ ਪੇਪਰ ਦੀ ਤਿਆਰੀ ਕਰ ਰਿਹਾ ਹੈ,
ਤੇ ਉਹਨਾਂ ਨੇ ਤੁਹਾਡੇ ਨੱਕ 'ਚ ਇਹੋ ਜਿਹਾ ਦਮ ਕੀਤਾ ਹੋਇਆ, ਰੋਜ਼ ਸਵੇਰੇ ਸਵੇਰੇ ਆਰਤੀ ਪਾਠ ਚਲਾ ਦੇਣਾ, ਆਰਤੀ ਸਟਾਰਟ ਕਰ ਦੇਣੀ, ਜ਼ੋਰ ਜ਼ੋਰ ਸਪੀਕਰਾਂ ਤੇ ਬਾਜਾਂ ਮਾਰਨੀਆਂ, ਹੱਸਣਾ, ਜ਼ੋਰ ਖੇਡਣਾ। ਉਹ ਕੀ ਹੈ? ਉਹ ਹੈ ਐਕਸਟਰਨਲ ਇੰਟਰਫੇਰੈਂਸ। ਬਸ ਇੱਥੇ ਆਪਣੀ ਸੋਵਰੇਨਿਟੀ ਦੀ ਡੈਫੀਨੇਸ਼ਨ ਖਤਮ ਹੋ ਗਈ। ਹੁਣ ਸਮਝੋ ਕਿਦਾਂ, ਜਿਹੜਾ ਸੋਵਰੇਨ ਵਰਡ ਹੈ ਆਪਣੇ ਭਾਰਤ ਨੂੰ ਕਿਹੜੀ ਇੰਟਰਫੇਰੈਂਸ ਤੋਂ ਬਚਾਉਂਦਾ ਹੈ, ਜਾਂ ਜਿਹੜਾ ਸੋਵਰੇਨ ਵਰਡ ਹੈ ਉਹਦਾ ਕੀ ਮਤਲਬ ਹੈ? क्या वो गल करता है इंटरनल इंटरफेरेंस दी या एक्सटर्नल इंटरफेरेंस दी? वो गल करता है एक्सटर्नल इंटरफेरेंस दी, कि भारत नू कोई बाहर दा देश ये नहीं दस सकता कि भाजी तुसी केड़ी पॉलिसी लेके आनी है, तुसी फार्म बिल लेके आने हैं, नहीं लेके आने हैं, तुसी चाइना नाल किदां दे रिलेशन रखने हैं, तुसी रशिया यूक्रेन वॉर च किहदा साथ देना है? नहीं, ये नहीं। ਜਿਹੜਾ ਐਕਸਟਰਨਲ ਇੰਟਰਫੇਰੈਂਸ ਹੈ ਉਹ ਦੱਸਦਾ ਹੈ ਕਿ ਅਸੀਂ ਸੋਵਰੇਨ ਹੈਗੇ। ਹਾਂ, ਇੰਟਰਨਲ ਇੰਟਰਫੇਰੈਂਸ ਤਾਂ ਹੋ ਹੀ ਸਕਦਾ ਹੈ। ਹੁਣ ਸਾਡੇ ਵਰਗੇ ਲੋਕ ਆਪਾਂ ਸਾਰੇ ਜਿੱਦਾਂ ਮੰਨ ਲਓ ਪ੍ਰੋਟੈਸਟ ਕਰਨ ਜਾਂਦੇ ਆ, ਸਰਕਾਰ ਨੇ ਕੋਈ ਪਾਲਿਸੀ ਲੈ ਕੇ ਆਇਆ, ਆਪਾਂ ਪ੍ਰੋਟੈਸਟ ਕੀਤਾ ਕਿ ਨਹੀਂ ਐਦਾਂ ਨਹੀਂ ਕਰਨਾ ਜੀ, ਉਹ ਕੀ ਹੈ? ਇੰਟਰਨਲ ਇੰਟਰਫੇਰੈਂਸ। ਉਹ ਕਰ ਸਕਦੇ ਆ, ਉਹਦੇ ਤੋਂ ਫ੍ਰੀ ਨਹੀਂ ਹੈਗਾ ਤਾਂ ਦੇਸ਼, ਆਪਣੇ ਐਕਸਟਰਨਲ ਇੰਟਰਫੇਰੈਂਸ ਤੋਂ ਫ੍ਰੀ ਹੈ। ਸੋ ਸੋਵਰੇਨ ਮਤਲਬ ਯੂ ਹੈਵ ਫ੍ਰੀ, ਯੂ ਆਰ ਫ੍ਰੀ ਫਰਮ ਐਕਸਟਰਨਲ ਇੰਟਰਫੇਰੈਂਸ। ਨੈਕਸਟ, ਸੋਸ਼ਲਿਸਟ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਜਿਹੜੇ ਇਹ ਦੋ ਵਰਡ ਹੈ ਸੋਸ਼ਲਿਸਟ ਤੇ ਸੈਕੂਲਰ, ਪਹਿਲਾ ਜਿਹੜਾ 1900 ਜਦੋਂ ਆਪਾਂ 26 ਜਨਵਰੀ 1950 ਹੈ ਨਾ, ਆਪਾਂ ਰਿਪਬਲਿਕ ਡੇ ਬਣਾਉਂਦੇ ਆ, ਸੰਵਿਧਾਨ ਦਿਵਸ, ਉਹਦੇ ਚ ਜਿਹੜਾ ਆਪਣਾ ਕਨਸਟੀਟਿਊਸ਼ਨ ਸੀਗਾ ਉਹਦੇ ਚ ਇਹ ਦੋ ਵਰਡ ਨਹੀਂ ਸੀ, ਨਾ ਹੀ ਸੋਸ਼ਲਿਸਟ ਸੀ ਨਾ ਹੀ ਸੈਕੂਲਰ। ਠੀਕ ਹੈ, ਹੁਣ ਕਹਾਣੀ ਅੱਗੇ ਲੈ ਕੇ ਚੱਲਦੇ। ਸੋਸ਼ਲਿਸਟ ਵਰਡ, ਸੋਸ਼ਲਿਸਟ ਦਾ ਜਿਹੜਾ ਮਤਲਬ ਹੁੰਦਾ ਹੈ ਉਹਨੂੰ ਆਪਾਂ ਇੱਕ ਵਰਡ ਨਾਲ ਮੈਂ ਕੰਪੇਅਰ ਕਰੂੰਗਾ, ਦੂਜਾ ਵਰਡ ਇੱਥੇ ਲਿਖੂੰਗਾ, that is capitalist। ਇੱਕ ਵਰਡ ਹੋ ਗਿਆ ਕੈਪੀਟਲਿਸਟ, ਇੱਕ ਵਰਡ ਹੋ ਗਿਆ ਸੋਸ਼ਲਿਸਟ। ਕੈਪੀਟਲਿਸਟ ਵਰਡ, ਕੈਪੀਟਲਿਸਟ ਆਪਾਂ ਇਕਨੋਮੀ ਦੇ ਟਰਮ, ਇਕਨੋਮੀ ਹੈ ਨਾ, ਅਰਥ ਸ਼ਾਸਤਰ ਦੇ ਹਿਸਾਬ ਨਾਲ ਸਮਝਾਂਗੇ ਆਪਾਂ ਇਹਨੂੰ, ਕਿ ਕੈਪੀਟਲਿਸਟ ਵਰਡ ਇਹੋ ਜੀ ਕੰਟਰੀ ਜਿਹਦੇ ਚ ਜਿਹੜੀ ਇਕਨੋਮੀ ਹੈ, ਅਰਥ ਸ਼ਾਸਤਰ ਹੈ, ਉਹਦੇ ਚ ਸਰਕਾਰ ਦਾ ਇੰਟਰਫੇਰੈਂਸ ਬਹੁਤ ਜ਼ਿਆਦਾ ਘੱਟ ਹੈ, ਸਰਕਾਰੀ ਕੰਪਨੀਆਂ ਬਹੁਤ ਜ਼ਿਆਦਾ ਘੱਟ ਨੇ। ਸੋਸ਼ਲਿਸਟ ਇਹੋ ਜਿਹਾ ਅਰਥ ਸ਼ਾਸਤਰ, ਇਹੋ ਜੀ ਇਕਨੋਮੀ ਜਿਹਦੇ ਚ ਸਰਕਾਰ ਦਾ ਇੰਟਰਫੇਰੈਂਸ, ਸਰਕਾਰੀ ਕੰਪਨੀਆਂ ਬਹੁਤ ਜ਼ਿਆਦਾ। ਇੱਥੇ ਗਵਰਨਮੈਂਟ ਇੰਟਰਫੇਰੈਂਸ ਘੱਟ, ਇੱਥੇ ਗਵਰਨਮੈਂਟ ਇੰਟਰਫੇਰੈਂਸ ਜ਼ਿਆਦਾ। ਬਸ ਇੰਨਾ ਜਿਹਾ ਫਰਕ ਹੈ, ਕੋਈ ਬਹੁਤ ਜ਼ਿਆਦਾ ਵੱਡਾ ਹੋਰ ਵੀ ਫਰਕ ਹੈਗੇ, ਪਰ ਆਪਾਂ ਸਿਰਫ ਇੰਨਾ ਹੀ ਸਮਝਣਾ ਹੈ ਕਿ ਇੱਕ ਇਕਨੋਮੀ ਹੁੰਦੀ ਹੈ ਕੈਪੀਟਲਿਸਟ, ਇੱਕ ਇਕਨੋਮੀ ਹੁੰਦੀ ਹੈ ਸੋਸ਼ਲਿਸਟ। ਕੈਪੀਟਲਿਸਟ ਜਿੱਥੇ ਸਰਕਾਰ ਦਾ ਇੰਟਰਫੇਰੈਂਸ ਜ਼ਿਆਦਾ, ਅਰਥ ਸ਼ਾਸਤਰ ਇਕਨੋਮੀ ਚ ਇਹਦੇ ਚ ਥੋੜਾ ਜਿਹਾ ਘੱਟ। ਤੇ ਇੰਡੀਆ ਕਿੱਦਾਂ ਦੀ ਇਕਨੋਮੀ ਹੈ? ਸੋਸ਼ਲਿਸਟ। ਇੰਡੀਆ ਸ਼ੁਰੂ ਤੋਂ ਹੀ ਸੋਸ਼ਲਿਸਟ ਰਹੀ ਸੀ। 1947 ਜਦੋਂ ਆਪਾਂ ਆਜ਼ਾਦ ਹੋਏ ਸਾਰਾ ਕੁਝ ਸਰਕਾਰ ਹੀ ਸੀਗਾ। 1991 ਚ ਜਾ ਕੇ, 1991 ਚ ਜਾ ਕੇ ਆਪਾਂ ਆਪਣੇ ਇਕਨੋਮੀ ਨੂੰ ਓਪਨ ਕੀਤਾ, है ना, LPG पॉलिसीज, लिबरलाइजेशन, प्राइवेटाइजेशन, ग्लोबलाइजेशन, कि आओ बाहर दी कंपनी आके भी इत्थे सेटअप कर सकती है। 1991-90 तो पहला अपना की सिस्टम सीगा कि इत्थे दी कंपनी रहूगी, इत्थे ही बनाऊगी, इत्थे ही बेचूगी, कोई बाहर दी कंपनी आके इत्थे प्रोड्यूस नहीं कर सकती सी, प्रोडक्शन नहीं कर सकती सी। उदों आपां सोशलिस्ट सीगे, पर ये जिहड़ा वर्ड है ये ऐड किया गया 42nd कॉन्स्टिट्यूशनल अमेंडमेंट 1976। सवाल ये है कि क्या आप 26 जनवरी 1950 तो लैके 1976 तक आप सोशलिस्ट नहीं सी? क्या गवर्नमेंट इंटरफेरेंस नहीं करती सी? बिल्कुल करती सी। आप पहला भी सोशलिस्ट सीगे, बट प्रॉब्लम की सीगी कि जिहड़ी सोशलिस्ट की डेफिनेशन है वो थोड़ी जी वेस्टर्न डेफिनेशन सीगी, ते BR अंबेडकर साहब ये डेफिनेशन पाना नहीं चाहते थे, क्योंकि वो सोशलिस्ट की डेफिनेशन अपने टाइप ऑफ कंट्री, अपनी डेमोक्रेटिक कंट्री नाल सेटअप नहीं रहिंदी, सैटिंग नहीं बैठ रही सी उहदी, वो डेफिनेशन ही चेंज कर रहा सीगा। मैं ज़्यादा डेप्थ नहीं जाऊंगा इहदे च, बट तुहानूं इहनूं समझण दी कोशिश करियो। बट BR अंबेडकर साहब कहंदे कि जिहड़ी साडा सोशलिज्म है, जिहड़ा इंडिया दा सोशलिज्म है, वो इदां दा सोशलिज्म है कि आपां सारे दे सारे रिसोर्सेस, सोशलिज्म दा मतलब की हुंदा सी कि सारे दे सारे रिसोर्सेस पब्लिक च वंड दो। जे सरकार कोल 100 रुपया है
ਤੇ ਦੇਸ਼ 'ਚ 100 ਲੋਕ ਨੇ, ਸਾਰਿਆਂ ਨੂੰ 1 ਰੁਪਇਆ ਵੰਡ ਦਿਓ, ਸਭ ਕੁਝ ਪਬਲਿਕ ਰਹੂਗਾ, ਕੋਈ ਵੀ ਪ੍ਰਾਈਵੇਟ ਨਹੀਂ ਰਹੂਗੀ, ਕੋਈ ਪ੍ਰਾਪਰਟੀ ਪ੍ਰਾਈਵੇਟ ਨਹੀਂ ਰਹੂਗੀ, ਸਭ ਕੁਝ ਸਰਕਾਰ ਦਾ ਰਹੂਗਾ। ਬਟ ਅਸੀਂ ਡੈਮੋਕ੍ਰੇਟਿਕ ਹੈਗੇ, ਵੀ ਆਰ ਡੈਮੋਕ੍ਰੇਟਿਕ ਕੰਟਰੀ, ਅਸੀਂ ਇਹ ਪਬਲਿਕ ਪ੍ਰਾਪਰਟੀ ਨੂੰ ਇਹ ਪਾਲਿਸੀ ਅਸੀਂ ਨਹੀਂ ਅਪਲਾਈ ਕਰ ਸਕਦੇ। ਤਾਂ ਫਿਰ ਬੀ ਆਰ ਅੰਬੇਡਕਰ ਸਾਹਿਬ ਕਹਿੰਦੇ ਕਿ ਇੱਥੇ ਇਕੁਆਲਿਟੀ ਇਹ ਚੀਜ਼ ਦੀ ਨਹੀਂ ਹੋਊਗੀ ਕਿ ਸਾਰੇ ਰਿਸੋਰਸਿਸ ਫ੍ਰੀ ਵੰਡ ਦਿਓ, ਬਰਾਬਰ ਵੰਡ ਦਿਓ। ਸਾਡੇ ਇਕੁਆਲਿਟੀ ਜਿਹੜੀ ਹੋਊਗੀ ਇਕੁਆਲਿਟੀ ਆਫ ਓਪਰਚੁਨਿਟੀ। ਅਸੀਂ ਸਾਰਿਆਂ ਨੂੰ ਬਰਾਬਰ ਓਪਰਚੁਨਿਟੀ ਦੇਵਾਂਗੇ ਕਿ ਤੁਸੀਂ ਉਹ ਚੀਜ਼ ਨੂੰ ਅਰਨ ਕਰ ਸਕੋ। ਤਾਂ ਜਿਹੜਾ ਵਰਡ ਸੋਸ਼ਲਿਸਟ ਐਡ ਕੀਤਾ ਗਿਆ ਉਹ ਐਕਚੁਅਲੀ ਪਹਿਲਾਂ ਹੀ ਸੀਗਾ ਪ੍ਰੀਐਮਬਲ 'ਚ, ਉਹਦਾ ਮਤਲਬ ਜਿਹੜਾ ਸੀਗਾ ਉਹ ਪਹਿਲਾਂ ਹੀ ਸੀਗਾ, that is equality of opportunity। ਉਹ ਪਹਿਲਾਂ ਹੀ ਸੀਗਾ, ਪ੍ਰੀਐਮਬਲ ਦੇ ਵਿੱਚ ਹੀ ਲਿਖਿਆ ਹੋਇਆ, the word is equality of opportunity। ਇਹ ਪਹਿਲਾਂ ਹੀ ਸੀਗਾ, ਬਟ ਇਹਨੂੰ ਇੰਦਰਾ ਗਾਂਧੀ ਮੈਡਮ ਨੇ ਬਾਅਦ ਚ ਐਡ ਕੀਤਾ 42nd ਕਨਸਟੀਟਿਊਸ਼ਨ ਅਮੈਂਡਮੈਂਟ 1976 ਚ। ਠੀਕ ਹੈ, ਇਹਦੇ ਐਡੀਸ਼ਨ ਦਾ ਕੋਈ ਫਰਕ ਨਹੀਂ ਪਿਆ, ਕੋਈ ਮੀਨਿੰਗ ਨਹੀਂ ਚੇਂਜ ਹੋਇਆ, ਬਟ ਕਿਉਂਕਿ ਪਹਿਲਾਂ ਹੀ ਇਹ ਮਤਲਬ ਇਹਦੇ ਚ ਸੀਗਾ। ਬੀ ਆਰ ਅੰਬੇਡਕਰ ਸਾਹਿਬ ਨੇ ਤਾਂ ਨਹੀਂ ਐਡ ਕੀਤਾ ਸੀ ਕਿਉਂਕਿ ਇਹਦਾ ਮਤਲਬ ਕੁਝ ਹੋਰ, ਕੋਈ ਲੋਕੀ ਕੁਝ ਹੋਰ ਨਾ ਸਮਝ ਲੈਣ, ਬਸ ਤਾਂ ਕਰਕੇ। ਚਲੋ ਨੈਕਸਟ, ਸੈਕੂਲਰ ਵਰਡ ਵੀ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਚ ਐਡ ਕੀਤਾ ਗਿਆ। ਸੈਕੂਲਰ ਦਾ ਮਤਲਬ ਕੀ ਹੁੰਦਾ ਹੈ? ਸੈਕੂਲਰ ਦਾ ਮਤਲਬ ਹੁੰਦਾ ਹੈ ਕਿ ਸਾਡੇ ਜਿਹੜਾ ਦੇਸ਼ ਹੈ, ਸਾਡੇ ਦੇਸ਼ ਦਾ ਕਾਨੂੰਨ, ਸਾਡਾ ਦੇਸ਼ ਕਿਸੇ ਇੱਕ ਰਿਲੀਜਨ ਦੇ ਹਿਸਾਬ ਨਾਲ ਨਹੀਂ ਚੱਲਦਾ। ਸਾਡਾ ਦੇਸ਼ ਦਾ ਕਾਨੂੰਨ ਦੇ ਵਿੱਚ ਰਿਲੀਜਨ ਦਾ ਕੋਈ ਇੰਟਰਫੇਰੈਂਸ ਨਹੀਂ ਹੈਗਾ। ਦੈਟ ਇਜ਼ ਸੈਕੂਲਰਿਜ਼ਮ, ਕਿ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਹਾਂ, ਅਸੀਂ ਉਹਨਾਂ ਨੂੰ ਬਰਾਬਰ ਹੀ ਪ੍ਰਮੋਟ ਕਰਦੇ ਹਾਂ। ਸਾਡੇ ਸੰਵਿਧਾਨ 'ਚ ਵੀ ਇਹ ਲਿਖਿਆ ਹੋਇਆ ਸੀਗਾ। ਕੀ ਲਿਖਿਆ ਹੋਇਆ ਸੀਗਾ? ਲਿਬਰਟੀ ਆਫ ਬਿਲੀਫ, ਫੇਥ ਐਂਡ ਵਰਸ਼ਿਪ। ਸਾਡੇ ਕੋਲ ਪ੍ਰੋਪਰ ਲਿਬਰਟੀ ਹੈ ਕਿ ਅਸੀਂ ਕਿਸੇ 'ਚ ਵੀ ਵਿਸ਼ਵਾਸ ਰੱਖੀਏ, ਕਿਸੇ 'ਚ ਵੀ ਫੇਥ ਰੱਖੀਏ, ਕਿਸੇ ਨੂੰ ਵੀ ਪੂਜੀਏ। ਪਰ ਇਹ ਫਿਰ ਵੀ ਬਾਅਦ ਐਡ ਕੀਤਾ ਗਿਆ, ਜਿੱਦਾਂ ਸੋਸ਼ਲਿਸਟ ਵਰਡ ਐਡ ਕੀਤਾ ਗਿਆ ਉਦਾਂ ਸੈਕੂਲਰ ਵਰਡ ਵੀ ਐਡ ਕੀਤਾ ਗਿਆ। ਬਟ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਵਰਡ ਪਹਿਲਾਂ ਹੀ ਸੀਗੇ ਤੇ ਕਈ ਸਾਰੇ ਸੁਪਰੀਮ ਕੋਰਟ ਦੇ ਜੱਜਸ, ਕਾਫੀ ਸਾਰੇ ਜਸਟਿਸ ਵੀ ਇਹ ਕਹਿੰਦੇ ਆ ਕਿ ਜਿਹੜਾ ਇਹ ਵਰਡ ਐਡ ਕੀਤਾ ਸੀ ਮੈਡਮ ਇੰਦਰਾ ਗਾਂਧੀ ਨੇ, ਇਹ ਸਿਰਫ ਵੋਟ ਲੈਣ ਵਾਸਤੇ ਕੀਤਾ ਸੀ। ਮੈਂ ਨਹੀਂ ਕਹਿ ਰਿਹਾ, ਮੈਂ ਇਦਾਂ ਦੀ ਕੋਈ ਸਟੇਟਮੈਂਟ ਨਹੀਂ ਦੇ ਸਕਦਾ, ਇਹ ਉਹਨਾਂ ਦੀ ਦਿੱਤੀ ਹੋਈ ਸਟੇਟਮੈਂਟ ਸੀ ਕਿ ਇਹ ਦੇਸ਼ ਨਾਲ ਧੋਖਾ ਕੀਤਾ ਗਿਆ ਹੈ। ਇਹ ਵਰਡ ਦਾ ਮਤਲਬ ਪਹਿਲਾਂ ਹੀ ਮੈਂਸ਼ਨਡ ਹੈ, ਮੈਂ ਤੁਹਾਨੂੰ ਤੁਹਾਡੇ ਸਾਹਮਣੇ ਦਿਖਾ ਰਿਹਾ, ਲਿਬਰਟੀ ਆਫ ਥੋਟ, ਲਿਬਰਟੀ ਆਫ ਫੇਥ, ਬਿਲੀਫ ਐਂਡ ਵਰਸ਼ਿਪ, ਪਹਿਲਾਂ ਹੀ ਹੈ। ਤਾਂ ਜਸਟ ਬਿਕੋਜ਼ ਲੋਕਾਂ ਨੂੰ ਨਵੇਂ ਉਦੋਂ ਲੋਕ ਪੜ੍ਹੇ ਸੀਗੇ 1970s, ਲੋਕਾਂ ਨੂੰ ਇਦਾਂ ਲੱਗਾ ਕਿ ਹਾਂ ਅੱਛਾ ਅਸੀਂ ਸੈਕੂਲਰ ਹੋ ਗਿਆ, ਅੱਛਾ ਸੋਸ਼ਲਿਸਟ ਹੋ ਗਿਆ। ਭਾਜੀ ਪਹਿਲਾਂ ਵੀ ਸੀਗੇ, ਅਸੀਂ ਪਹਿਲਾਂ ਕਿਹੜੇ ਨਹੀਂ ਸੀਗੇ? ਤੁਹਾਡੇ ਸਾਹਮਣੇ ਲਿਖਿਆ ਹੋਇਆ ਪ੍ਰੀਐਮਬਲ 'ਚ। ਤਾਂ ਪਹਿਲਾਂ ਵੀ ਸਾਡੇ ਕਾਨੂੰਨ 'ਚ, ਸਾਡੇ ਕਾਨੂੰਨ ਦਾ ਕੋਈ ਇੰਟਰਫੇਰੈਂਸ ਨਹੀਂ ਸੀਗਾ, ਕਿਸੇ ਵੀ ਸਾਡੇ ਕਾਨੂੰਨ 'ਚ ਕੋਈ ਵੀ ਰਿਲੀਜਨ ਦਾ, ਕੋਈ ਵੀ ਧਰਮ ਦਾ ਇੰਟਰਫੇਰੈਂਸ ਨਹੀਂ ਸੀਗਾ। This is secular. Coming on to next, democratic republic। ਹੁਣ ਆਪਾਂ ਇਹ ਵਰਡ ਮੈਂ ਦੋ ਇਕੱਠੇ ਕਿਉਂ ਲਿਖ ਰਿਹਾ, ਇਹਦਾ ਬਹੁਤ ਵੱਡਾ ਕਾਰਨ ਹੈ, ਬਟ ਆਪਾਂ ਇੱਕ ਵਰਡ ਨੂੰ ਅਡਟ ਸਮਝਾਂਗੇ। ਡੈਮੋਕ੍ਰੇਸੀ ਕੀ ਹੁੰਦਾ ਹੈ? ਡੈਮੋਕ੍ਰੇਸੀ ਕੀ ਹੁੰਦਾ ਹੈ? ਡੈਮੋਕ੍ਰੇਸੀ ਹੁੰਦਾ ਹੈ ਕਿ ਜਿਹਦੇ ਚ ਇਹੋ ਜਿਹੀ ਕੰਟਰੀ ਜਿਹਦੇ ਚ ਲੋਕਾਂ ਕੋਲ ਸਾਰੀ ਪਾਰ ਹੋਵੇ, ਲੋਕ ਹੀ ਇਲੈਕਸ਼ਨ ਕਰਨਗੇ ਤੇ ਲੋਕ ਡਿਸਾਈਡ ਕਰਨਗੇ ਕਿ ਸਾਡੇ ਦੇਸ਼ ਦੀ ਸਰਕਾਰ ਕਿੱਦਾਂ ਦੀ ਹੋਊਗੀ। ਕੋਈ ਰਾਜਾ ਮਹਾਰਾਜਾ ਆ ਕੇ ਇੱਥੇ ਰਾਜ ਨਹੀਂ ਕਰੂਗਾ, ਅਸੀਂ ਦੱਸਾਂਗੇ ਕਿ ਸਾਡੇ ਦੇਸ਼ 5 ਸਾਲ ਵਾਸਤੇ ਕੌਣ ਸੰਭੂਗਾ। ਰਿਪਬਲਿਕ ਦਾ ਮਤਲਬ ਕੀ ਹੁੰਦਾ? ਰਿਪਬਲਿਕ ਦੇ ਦੋ ਮਤਲਬ ਨਿਕਲਦੇ। ਇੱਕ ਤਾਂ ਇਹ ਮਤਲਬ ਨਿਕਲਦਾ ਕਿ ਜਿਹੜਾ ਸਾਡਾ ਹੈਡ ਆਫ ਸਟੇਟ ਹੋਊਗਾ, ਇੱਥੇ ਸਟੇਟ ਦਾ ਮਤਲਬ ਸਰਕਾਰ ਹੈ, ਜਿਹੜਾ ਸਰਕਾਰ ਦਾ ਹੈਡ ਹੋਊਗਾ ਉਹ ਹਮੇਸ਼ਾ ਇਲੈਕਟਿਡ ਹੋਊਗਾ। ਦੂਜਾ ਮਤਲਬ ਇਹ ਨਿਕਲਦਾ ਹੈ ਰਿਪਬਲਿਕ ਦਾ ਕਿ ਜਿਹੜੇ ਸਾਰੇ ਪਬਲਿਕ ਆਫਿਸ ਹੈ, ਜਿਹੜੇ ਸਾਰੇ ਪਬਲਿਕ ਸਰਕਾਰੀ ਆਫਿਸ, ਪਬਲਿਕ ਆਫਿਸ ਮੀਨਸ ਸਰਕਾਰੀ ਆਫਿਸ, ਉਹ ਸਾਰੀ ਪਬਲਿਕ ਵਾਸਤੇ ਖੁੱਲੇ। ਕਿਸੇ ਤਰੀਕੇ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ ਕਿ ਕੋਈ ਆ ਸਕਦਾ ਹੈ, ਇਹ ਆ ਸਕਦਾ ਹੈ, ਇਹ ਨਹੀਂ ਆ ਸਕਦਾ। ਸਾਰੇ ਬਰਾਬਰ ਨੇ, ਸਾਰੇ ਬਰਾਬਰ ਨੇ। ਹੈਡ ਆਫ ਸਟੇਟ ਇਲੈਕਟਿਡ, ਪਬਲਿਕ ਆਫਿਸ ਸ਼ੁੱਡ ਬੀ ਪਬਲਿਕ। ਤੇ ਡੈਮੋਕ੍ਰੇਸੀ ਦਾ ਮਤਲਬ ਇਲੈਕਟਿਡ। ਹੁਣ ਜਿਹੜਾ ਡੈਮੋਕ੍ਰੇਸੀ ਵਰਡ ਹੈ
B.R. ਅੰਬੇਡਕਰ ਸਾਹਿਬ ਨੂੰ ਇਹ ਚੀਜ਼ ਦਾ ਡਰ ਸੀਗਾ ਕਿ ਜਿਹੜਾ ਡੈਮੋਕ੍ਰੇਸੀ ਵਰਡ ਹੈ ਉਹਦਾ ਮਿਸਯੂਜ਼ ਵੀ ਕੀਤਾ ਜਾ ਸਕਦਾ, ਕਿ ਮੰਨ ਲਓ ਤੁਸੀਂ ਸਰਕਾਰ ਇਲੈਕਟ ਕਰਤੀ, ਸਰਕਾਰ ਕੱਲ ਨੂੰ ਕੋਈ ਆਪਦੀ ਪਾਰ ਦਾ ਮਿਸਯੂਜ਼ ਕਰ ਸਕਦਾ, ਸਰਕਾਰ ਆਪਦੀ ਪਾਰ ਦਾ ਮਿਸਯੂਜ਼ ਕਰ ਸਕਦੇ ਨੇ। ਅੱਜ ਅਸੀਂ ਸਰਕਾਰ ਇਲੈਕਟ ਕਰਤੀ, ਉਹ ਮਿਸਯੂਜ਼ ਕਰ ਰਿਹਾ ਆਪਦੀ ਪਾਰ ਦਾ। ਤੁਸੀਂ ਇਹਦਾ ਸਮਝ ਲਓ ਵੀ ਕੋਈ ਪੋਲੀਟੀਕਲ ਲੀਡਰ ਜਿਹੜਾ ਮੁੱਖ ਮੰਤਰੀ ਬਣ ਗਿਆ ਜਾਂ ਪ੍ਰਧਾਨ ਮੰਤਰੀ ਬਣ ਕੇ ਤੁਹਾਡੇ ਘਰ ਦੇ ਬਾਹਰ ਆ ਕੇ ਖੜਾ ਹੋਗਾ ਕਿ ਓਏ ਪੈਸਾ ਕੱਢੋ ਜਿੰਨਾ ਵੀ ਤੇਰੇ ਕੋਲ ਹੈਗਾ। ਹਾਂਜੀ ਭਾਜੀ ਤੁਸੀਂ ਕੌਣ? ਮੈਂ ਮੁੱਖ ਮੰਤਰੀ ਇਸ ਸਟੇਟ ਦਾ, ਤੂੰ ਕੌਣ ਹੈ? ਕੋਈ ਐਦਾਂ ਦੀ ਬਦਤਮੀਜ਼ੀ ਨਾ ਕਰ ਸਕੇ। ਉਹ ਡੈਮੋਕ੍ਰੇਸੀ ਦੀ ਪਾਵਰ ਨੂੰ ਲਿਮਿਟ ਕਰਨ ਵਾਸਤੇ ਅਸੀਂ ਇਹ ਵਰਡ ਐਡ ਕੀਤਾ ਰਿਪਬਲਿਕ, ਜੋ ਕੀ ਕਹਿੰਦਾ ਹੈ ਕਿ ਪਬਲਿਕ ਆਫਿਸ ਸਾਰੇ ਵਾਸਤੇ ਖੁੱਲੇ ਨੇ, ਹੈਡ ਆਫ ਸਟੇਟ ਇਲੈਕਟਡ ਹੈ, ਕਿ ਜਿਹੜਾ ਦੇਸ਼ ਦਾ ਸਰਕਾਰ ਦਾ ਪ੍ਰਧਾਨ ਹੈ ਉਹ ਵੀ ਅਸੀਂ ਚੁਣਿਆ ਤੇ ਅਸੀਂ ਤੁਹਾਨੂੰ ਬਦਲ ਸਕਦੇ ਹਾਂ। ਕੱਲ ਨੂੰ ਕੋਈ ਐਦਾਂ ਦੀ ਬਦਤਮੀਜ਼ੀ ਨਾ ਕਰਿਓ, ਸਾਡੇ ਘਰ ਦੇ ਮੂਹਰੇ ਆ ਕੇ ਨਾ ਖੜ ਜਿਓ। ਅਸੀਂ ਤੁਹਾਨੂੰ ਇਲੈਕਟ ਕੀਤਾ, ਤੁਸੀਂ ਕੋਈ ਰਾਜੇ ਮਹਾਰਾਜਾ ਨਹੀਂ ਗੇ। ਤਾਂ ਕਰਕੇ ਉਸ ਡੈਮੋਕ੍ਰੇਸੀ ਦੀ ਪਾਵਰ ਨੂੰ ਲਿਮਿਟ ਕੀਤਾ ਗਿਆ। ਹੁਣ ਇਹ ਡੈਮੋਕ੍ਰੇਸੀ ਦੀ ਪਾਵਰ ਲਿਮਿਟ ਕਿਵੇਂ ਹੋਈ? ਰਿਪਬਲਿਕ ਅਸੀਂ ਕੀ ਲੈ ਕੇ ਆਏ? ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਐਦਾਂ ਦਾ ਕਾਨੂੰਨ ਹੈ, ਐਦਾਂ ਦੀ ਕਿਤਾਬ ਹੈ ਜਿਹੜੀ ਸਰਕਾਰ ਦੀ ਸਾਰੀ ਪਾਵਰ ਨੂੰ ਲਿਮਿਟ ਕਰਦਾ ਹੈ। ਇਸੇ ਕਰਕੇ ਜਿਸ ਦਿਨ ਆਪਾਂ ਸੰਵਿਧਾਨ ਦੀ ਸ਼ੁਰੂਆਤ ਕੀਤੀ, ਉਹਨੂੰ ਆਪਾਂ ਰਿਪਬਲਿਕ ਡੇ ਮਨਾਉਂਦੇ ਹਾਂ। ਰਿਪਬਲਿਕ ਵਰਡ ਡੈਮੋਕ੍ਰੇਸੀ ਦੇ ਅੱਗੇ ਲਾਉਣ ਦਾ ਮਤਲਬ ਕੀ ਹੈ? ਕਿ ਇਹ ਡੈਮੋਕ੍ਰੇਸੀ ਦੀ ਪਾਵਰ ਜਿਹੜੀ ਸਰਕਾਰ ਮਿਸਯੂਜ਼ ਕਰ ਸਕਦੀ ਹੈ ਉਹਨੂੰ ਲਿਮਿਟ ਕਰਦਾ। That is why it is written democratic republic। ਇਹ ਗੱਲ ਇੰਦਰਾ ਗਾਂਧੀ ਸਰਕਾਰ ਨੂੰ ਵੀ ਪਤਾ ਸੀ, ਤਾਂ ਹੀ ਉਹਨਾਂ ਨੇ ਜਿਹੜਾ ਵਰਡ ਸੋਸ਼ਲਿਸਟ ਤੇ ਸੈਕੂਲਰ ਐਡ ਕੀਤਾ ਹੈ ਉਹ ਡੈਮੋਕ੍ਰੈਟਿਕ ਰਿਪਬਲਿਕ ਦੇ ਵਿੱਚ ਨਹੀਂ ਕੀਤਾ, ਡੈਮੋਕ੍ਰੈਟਿਕ ਰਿਪਬਲਿਕ ਤੋਂ ਪਹਿਲਾਂ ਕੀਤਾ। So this republic word is used to limit the power of the word democratic। So this is the nature of our country, sovereign socialist secular democratic republic। आ जाओ next। And to secure to all its citizens, ਅਸੀਂ ਸਾਰੇ citizens ਨੂੰ ਕੀ ਸਿਕਿਉਰਿਟੀ ਦੇਣੀ ਹੈ? ਅਸੀਂ ਜਸਟਿਸ ਦੀ ਸਿਕਿਉਰਿਟੀ ਦੇਣੀ ਹੈ, ਨਿਆਂ। ਅਸੀਂ ਲਿਬਰਟੀ ਜਿੱਦਾਂ ਮਰਜ਼ੀ ਨੱਚੋ, ਭੰਗੜਾ ਪਾਓ, ਗਿੱਧਾ ਪਾਓ, ਜੋ ਮਰਜ਼ੀ ਕਰੋ। ਇਕੁਆਲਿਟੀ, ਫ੍ਰੈਟਰਨਿਟੀ, ਇਕੁਅਲ ਹੋ ਤੁਸੀਂ ਸਾਰੇ, ਫ੍ਰੈਟਰਨਿਟੀ ਭਾਈਚਾਰਾ, ਬ੍ਰਦਰਹੁੱਡ। ਤਾਂ ਜਸਟਿਸ ਕਿਦਾਂ ਦੀ? ਸੋਸ਼ਲ, ਇਕਨੋਮਿਕ, ਪੋਲੀਟੀਕਲ। ਜਸਟਿਸ ਦਾ ਦੇਖੋ ਜੇ ਮੈਂ ਡੈਫੀਨੇਸ਼ਨ 'ਚ ਜਾਵਾਂ ਤਾਂ ਜਸਟਿਸ ਦੀ ਡੈਫੀਨੇਸ਼ਨ ਹੈ ਟੂ ਨਿਆਂ ਕਰਨਾ, ਟੂ ਅੰਡੂ ਅ ਰੋਂਗ। ਜਿਹੜਾ ਗਲਤ ਹੋ ਗਿਆ ਉਹਨੂੰ ਠੀਕ ਕਰਨਾ। ਹੁਣ ਤੁਸੀਂ ਪੈਸਾ ਲੈ ਕੇ ਠੀਕ ਕਰਨਾ ਹੈ, ਕਿਸੇ ਨੂੰ ਸਜ਼ਾ ਦਿਲਾ ਕੇ ਠੀਕ ਕਰਨਾ ਹੈ, ਉਹ ਅਲੱਗ ਅੱਡ ਤਰੀਕੇ ਨੇ। ਸੋ ਸੋਸ਼ਲ ਜਸਟਿਸ, ਜਿੱਦਾਂ ਮੰਨ ਲਓ ਹੁਣ ਜਿੱਦਾਂ ਜੇ ਲੇਡੀਜ਼ ਨੇ 18th ਸੈਂਚੁਰੀ 'ਚ 17th ਸੈਂਚੁਰੀ 'ਚ ਬਹੁਤ ਗਲਤ ਹੋਇਆ ਇਹਨਾਂ ਨਾਲ, ਪਰਦਾ ਸਿਸਟਮ, ਸਤੀ, ਚਾਈਲਡ ਮੈਰਿਜ, ਵਿਡੋ ਰੀਮੈਰਿਜ ਨਾ ਹੋਣਾ, ਤਾਂ ਉਹ ਜਿਹੜਾ ਸੋਸ਼ਲ ਇਨਜਸਟਿਸ ਹੈ ਉਹ ਨਿਆਂ ਕਰਨਾ। ਹੁਣ ਉਹਨੂੰ ਰਿਜ਼ਰਵੇਸ਼ਨਸ ਦੇ ਰਿਹਾ ਹੈ ਨਾ, SC ST OBC ਨੂੰ ਰਿਜ਼ਰਵੇਸ਼ਨ ਮਿਲ ਰਹੀ ਹੈ ਕਿਉਂਕਿ ਇਹਨਾਂ ਨੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਬਹੁਤ ਜ਼ਿਆਦਾ ਅਤਿਆਚਾਰ ਸਹਿਆ। ਤਾਂ ਇਹ ਜਸਟਿਸ, ਇਕਨੋਮਿਕ ਜਸਟਿਸ, ਕਿ ਮੈਨ ਤੇ ਵੂਮਨ ਨੂੰ ਬਰਾਬਰ ਪੈਸਾ ਮਿਲੇ, ਜੇ ਸੇਮ ਜੌਬ ਕਰ ਰਹੇ ਤਾਂ ਬਰਾਬਰ ਪੈਸਾ ਮਿਲੇ। ਪੋਲੀਟੀਕਲ ਜਸਟਿਸ, ਤੁਸੀਂ ਕਿੱਥੋਂ ਵੀ ਬਿਲੋਂਗ ਕਰਦੇ ਹੋ, ਤੁਹਾਡੇ ਇੱਕ ਵੋਟ, ਤੁਹਾਨੂੰ ਇੱਕ ਵੋਟ ਪੈਣਾ, ਤੁਸੀਂ ਇੱਕ ਵੋਟ ਪਾ ਸਕਦੇ ਹੋ ਤੇ ਤੁਹਾਨੂੰ ਇੱਕ ਵੋਟ, ਤੁਹਾਡੇ ਇੱਕ ਵੋਟ ਦੀ ਇੱਕ ਹੀ ਵੈਲਿਊ ਹੋਊਗੀ। ਤੁਸੀਂ ਖੜੇ ਵੀ ਹੋ ਸਕਦੇ ਹੋ, ਤੁਹਾਡੇ ਚੋਂ ਕੋਈ ਵੀ ਖੜਾ ਹੋ ਸਕਦਾ ਹੈ, ਪੋਲੀਟੀਕਲ ਜਸਟਿਸ। ਤੁਸੀਂ ਕਿਸ ਨੂੰ ਵੀ ਵੋਟ ਪਾ ਸਕਦੇ ਹੋ, ਪੋਲੀਟੀਕਲ ਜਸਟਿਸ। ਤੁਹਾਡੇ ਸਾਰਿਆਂ ਦੀ, ਅਮੀਰ, ਗਰੀਬ, SC ST, ਇਹ ਉਹ ਜਿੰਨੇ ਵੀ ਹੋ, ਸਭ ਦੀ ਵੋਟ ਦੀ ਵੈਲਿਊ ਬਰਾਬਰ ਰਹੂਗੀ। ਆ ਜਾਓ ਲਿਬਰਟੀ ਆਫ, ਇਹਦੇ 'ਚ ਦੇਖ ਲੈਣੇ, ਵੈਸੇ ਆਪਾਂ ਅੱਗੇ ਸਲਾਈਡ ਜਾਣ ਦੀ ਲੋੜ ਹੀ ਨਹੀਂ। ਲਿਬਰਟੀ ਆਫ ਥੋਟ, ਮੇਰੇ ਕੋਲ ਲਿਬਰਟੀ ਹੈ, ਮੈਂ ਕੁਝ ਵੀ ਸੋਚ ਸਕਦਾ, ਬੋਲ ਨਹੀਂ ਸਕਦਾ। ਮੈਂ ਕੁਝ ਵੀ ਸੋਚ ਸਕਦਾ, ਬੋਲ ਨਹੀਂ ਸਕਦਾ। ਹੋ ਸਕਦਾ ਫालतू ਬੋਲੇ ਤਾਂ ਛਿੱਤਰ ਵੀ ਪੈ ਸਕਦੇ ਹੈ ਨਾ। ਤਾਂ ਸੋਚ ਸਕਦਾ, ਮੈਂ ਉਹਨੂੰ ਦੇਖੋ ਸੋਚ ਸਮਝ ਕੇ ਲਿਖਿਆ, ਸੋਚ ਸਕਦਾ, ਐਕਸਪ੍ਰੈਸ ਕਰ ਸਕਦਾ। ਲਿਬਰਟੀ ਤੇ ਦੇਖੋ, ਲਿਬਰਟੀ ਨੂੰ ਫਰੀडम ਨਾਲ ਨਾ ਕੰਪੇਅਰ ਕਰੋ। ਮਤਲਬ ਲਿਬਰਟੀ ਫਰੀडम ਸੇਮ ਨਹੀਂ ਹੈਗੇ, ਫਰਕ ਹੈਗਾ। ਫਰੀडम ਕੀ ਹੁੰਦਾ ਹੈ ਕਿ ਮੈਂ ਕੁਝ ਵੀ ਕਰ ਸਕਦਾ, ਮੈਂ ਜੇਬ 'ਚ ਪਿਸਟਲ ਰੱਖੀ ਹੋਈ ਹੈ, ਮੈਂ ਕਿਸੇ ਨੂੰ ਵੀ ਮਾਰ ਸਕਦਾ, ਫਰੀडम। ਲਿਬਰਟੀ, ਪਿਸਟਲ ਰੱਖਣ ਵਾਸਤੇ ਤੁਹਾਨੂੰ ਲਾਇਸੈਂਸ ਲੈਣਾ ਪਊਗਾ, ਕਾਨੂੰਨ ਹੈ ਉੱਪਰ। ਤੁਸੀਂ ਏਦਾਂ ਕਿਸੇ ਨੂੰ ਮਾਰ ਨਹੀਂ ਸਕਦੇ ਕਿਉਂਕਿ ਭਾਰਤ 'ਚ ਕਿਸੇ ਨੂੰ ਮਾਰਨਾ ਗੁਨਾਹ ਹੈ ਨਾ, ਇਲੀਗਲ ਹੈ।
ਤਾਂ ਕਰਕੇ ਜਿਹੜਾ ਫਰੀडम ਦੇ ਨਾਲ ਜੇ ਮੈਂ ਕਾਨੂੰਨ ਲੈ ਕੇ ਆ ਜਾਊਂਗਾ ਤਾਂ ਉਹ ਲਿਬਰਟੀ ਬਣ ਜੂਗੀ। ਲਿਬਰਟੀ ਇਜ਼ ਫਰੀडम ਵਿਦ ਲਾਅ, ਮਤਲਬ ਤੁਹਾਡੇ ਕੋਲ ਫਰੀडम ਹੈਗਾ ਬਟ ਕੁਝ ਲਿਮਿਟੇਸ਼ਨਸ ਨੇ, दैट इज लिबर्टी। तो ਤੁਹਾਡੇ ਕੋਲ ਲਿਬਰਟੀ ਹੈ ਸੋਚਣ ਦੀ, ਐਕਸਪ੍ਰੈਸ ਕਰਨ ਦੀ, ਤੁਸੀਂ ਐਕਸਪ੍ਰੈਸ ਕਰ ਸਕਦੇ ਹੋ ਬੋਲ ਕੇ, ਲਿਖ ਕੇ, ਨੱਚ ਕੇ, ਗਾ ਕੇ, ਲਿਖ ਕਿੱਦਾਂ ਵੀ ਤੁਸੀਂ ਐਕਸਪ੍ਰੈਸ ਕਰ ਸਕਦੇ ਹੋ, ਡਰਾਇੰਗ ਕਰਕੇ, ਬਟ ਲਿਬਰਟੀ ਹੈ ਕੁਝ ਵੀ ਨਹੀਂ ਲਿਮਿਟ ਚ। ਲਿਬਰਟੀ ਆਫ ਬਿਲੀਫ, ਜਿਸੇ ਮਰਜ਼ੀ ਚ ਵਿਸ਼ਵਾਸ ਕਰੋ। ਮੇਰਾ ਵਿਸ਼ਵਾਸ ਹੈ ਕਿ ਮੈਂ ਇਹ ਬੋਰਡ ਨੂੰ ਪੂਜੂੰਗਾ ਅੱਜ ਤੋਂ ਬਾਅਦ, ਕਿਉਂਕਿ ਮੈਨੂੰ ਰੋਟੀ ਪਾਣੀ ਇਹੀ ਦਿੰਦਾ। ਪੂਜ ਲਓ ਜੀ, ਮੈਂ ਇਹਦੀ ਵਰਸ਼ਿਪ ਕਰੂੰਗਾ ਜੀ, ਕਰ ਲਓ ਜੀ, ਤੁਹਾਡੀ ਮਰਜ਼ੀ ਹੈ। ਤੁਸੀਂ ਬਿਲੀਵ ਕਰਦੇ ਹੋ? ਹਾਂਜੀ ਕਰਦੇ ਆ, ਕਰੋ। ਮੈਂ ਆਪਦੇ ਮਾਪਿਓ 'ਚ ਬਿਲੀਵ ਕਰਦਾ, ਮੈਂ ਉਹਨਾਂ 'ਚ ਫੇਥ ਰੱਖਦਾ, ਰੱਖੋ। ਮੈਂ ਉਹਨਾਂ ਦੀ ਪੂਜਾ ਕਰੂੰਗਾ, ਕਰੋ। ਮੈਂ ਪੇੜ ਨੂੰ ਪੂਜੂੰਗਾ, ਮੈਂ ਸੂਰਜ ਨੂੰ ਪੂਜੂੰਗਾ, ਮੈਂ ਪੈਨ ਨੂੰ ਪੂਜੂੰਗਾ, ਮੈਂ ਫੋਨ ਨੂੰ ਪੂਜੂੰਗਾ, ਮੈਂ ਕਿਤਾਬਾਂ ਨੂੰ ਪੂਜੂੰਗਾ, ਜੋ ਮਰਜ਼ੀ। ਲਿਬਰਟੀ, ਇਕੁਆਲਿਟੀ ਆਫ ਸਟੇਟਸ, ਬਰਾਬਰੀ, ਸਟੇਟਸ, ਪੈਸੇ ਦੇ ਮਾਮਲੇ 'ਚ ਸਟੇਟਸ, ਇਕੁਆਲਿਟੀ। सोशल कास्ट के बेसिस ते इक्वल रहोगे जी, कोई प्रॉब्लम नहीं। अपॉर्चुनिटी ਅਸੀਂ ਬਰਾਬਰ ਸਾਰਿਆਂ ਨੂੰ अपॉर्चुनिटी ਦੇਵਾਂਗੇ। ਹੁਣ ਤੁਸੀਂ ਇੱਥੇ ਗੱਲ ਕਰੋ ਕਿ ਭਾਈ ਰਿਜ਼ਰਵੇਸ਼ਨ 'ਚ ਇਕੁਆਲਿਟੀ ਆਫ अपॉर्चुनिटी ਨਹੀਂ, ਉਹਨਾਂ ਨੂੰ अपॉर्चुनिटी ਜ਼ਿਆਦਾ ਦਿੱਤੀ ਜਾ ਰਹੀ ਹੈ। ਸਰ ਉਹਨਾਂ ਨੇ ਅਤਿਆਚਾਰ ਵੀ ਸੇ, ਜਿਹੜਾ ਸਾਡਾ ਇਕੁਆਲਿਟੀ ਆਫ अपॉर्चुनिटी ਹੈ। ਦੇਖੋ ਦੋ ਚੀਜ਼ਾਂ ਹੁੰਦੀਆਂ, ਇਕੁਆਲਿਟੀ ਦੀ ਇੱਥੇ ਸਲਾਈਡ ਹੈਗੀ, ਮੈਂ ਉੱਥੇ ਆਪਾਂ ਗੱਲ ਕਰ ਲੈਣਾ ਇਹਦੇ ਬਾਰੇ। ਦੋ ਚੀਜ਼ਾਂ ਹੁੰਦੀਆਂ ਦੇਖੋ, ਇੱਕ ਹੁੰਦਾ ਇਕੁਆਲਿਟੀ। ਇੱਕ ਬੜੇ ਸਿੰਪਲ ਜਿਹੇ ਐਗਜ਼ਾਮਪਲ ਨਾਲ ਮੈਂ ਤੁਹਾਨੂੰ ਸਮਝਾਉਣਾ ਚਾਹੂੰਗਾ। ਇਕੁਆਲਿਟੀ ਆ ਦੇਖੋ, ਆ 7 ਫੀਟ ਦੀ ਦੀਵਾਰ ਹੈ, ਇਹ 3 ਫੀਟ ਦਾ ਬੰਦਾ ਹੈ, ਇਹ ਮੰਨ ਲਓ ਤੁਸੀਂ 4 ਫੀਟ ਦਾ ਬੰਦਾ, ਠੀਕ ਹੈ। ਮੈਂ ਇਹਨੂੰ ਸਟੂਲ ਦਿੱਤਾ 3 ਫੀਟ ਦਾ ਸਟੂਲ ਦਿੱਤਾ ਇਹਨੂੰ ਮੈਂ 3 ਫੀਟ ਦਾ, ਇਹਨੂੰ ਵੀ 3 ਫੀਟ ਦਾ ਸਟੂਲ ਦਿੱਤਾ। ਇਹ ਬੰਦਾ ਤਾਂ ਉਸ ਦੀਵਾਰ ਦੇ ਪਾਰ ਦੇਖ ਸਕਦਾ ਹੈ, ਪਰ ਇਹ ਨਹੀਂ ਦੇਖ ਸਕਦਾ। ਇਕੁਆਲਿਟੀ। ਹੁਣ ਸੇਮ ਦੀਵਾਰ, ਆਹੀ 3 ਫੁੱਟ ਦਾ ਬੰਦਾ, ਆਹੀ 4 ਫੁੱਟ ਦਾ ਬੰਦਾ, ਆਹੀ 60 ਫੀਟ ਦੀ ਦੀਵਾਰ, ਮੈਂ ਇਹਨੂੰ ਜਿਹੜਾ ਦਿੱਤਾ ਸਟੂਲ, ਇਹ 3 ਫੀਟ ਦਾ ਹੈ ਨਾ, ਇਹਨੂੰ 4 ਫੀਟ ਦਾ ਸਟੂਲ ਦਿੱਤਾ, ਇਹ 4 ਫੀਟ ਦਾ ਤਾਂ ਇਹਨੂੰ ਮੈਂ 3 ਫੁੱਟ ਦਾ ਸਟੂਲ ਦਿੱਤਾ। ਹੁਣ ਦੋਨੋਂ ਦੇਖ ਪਾ ਰਿਹਾ, ਜਿਹੜਾ ਪਰਪਸ ਸੀਗਾ ਕਿ ਉਹ ਦੀਵਾਰ ਦੇ ਉਧਰਲੀ ਸਾਈਡ ਦੇਖਣਾ, ਉਹ ਪਰਪਸ ਸਰਵ ਹੋਇਆ, ਇਹਦੇ ਚ ਨਹੀਂ ਹੋਇਆ। ਇਹਦੇ ਚ ਮੈਂ ਇਕੁਆਲਿਟੀ ਦਿੱਤੀ, ਦੋਨਾਂ ਨੂੰ 3 ਫੀਟ ਦਾ ਸਟੂਲ ਦਿੱਤਾ, ਇਕੁਆਲਿਟੀ। ਮੈਂ ਦੋਨਾਂ ਨੂੰ ਲੈਵਲ ਬਰਾਬਰ ਕੀਤਾ, ਦੋਨਾਂ ਦਾ ਇਕੁਇਟੀ or equality of opportunity. This is what preamble talks about. ये है equality of opportunity, ठीक है। Next, fraternity. Fraternity is भाईचारा. Fraternity assuring the dignity of the individual. ਅਸੀਂ ਭਾਈਚਾਰਾ ਕਦੋਂ ਮੇਨਟੇਨ ਕਰ ਸਕਦੇ ਹਾਂ? ਜਦੋਂ ਅਸੀਂ dignity of the individual, ਸਾਹਮਣੇ ਵਾਲੇ ਇੰਡੀਵਿਜੂਅਲ ਦੀ ਇੱਜ਼ਤ ਕਰਾਂਗੇ, ਬਰਾਬਰ ਇੱਜ਼ਤ ਕਰਾਂਗੇ, ਉਦੋਂ dignity ਮੇਨਟੇਨ ਹੋਊਗੀ, ਉਦੋਂ ਫਰੈਟਰਨਿਟੀ। ਜੇ ਆਪਾਂ ਡਿਗਨਿਟੀ ਨਹੀਂ ਮੇਨਟੇਨ ਕਰਾਂਗੇ ਇੱਕ ਦੂਜੇ ਦੀ, ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹੋ, ਫਿਰ ਫਰੈਟਰਨਿਟੀ ਕਿੱਥੋਂ ਹੋਈ, ਭਾਈਚਾਰਾ ਕਿੱਥੋਂ ਹੋਇਆ? ਐਂਡ ਦ ਯੂਨਿਟੀ ਮੇਨਟੇਨ ਕਰਕੇ ਰੱਖਣੀ, ਇੰਟੀਗ੍ਰਿਟੀ ਆਫ ਦ ਨੇਸ਼ਨ। ਯੂਨਿਟੀ ਮੀਨਸ ਕਿ ਆਪਾਂ ਸਾਰੇ ਭਾਰਤੀ ਹਾਂ, ਏਦਾਂ ਨਹੀਂ ਵੀ ਤੁਸੀਂ ਪੰਜਾਬੀ, ਅਸੀਂ ਪੰਜਾਬੀ, ਤੁਸੀਂ ਹਰਿਆਣਵੀ, ਇਹ ਰਾਜਸਥਾਨੀ, ਇਹ ਯੂਪੀ, ਇਹ ਬਿਹਾਰ, ਅਸੀਂ ਇੰਡੀਅਨ। ਇੰਟੀਗ੍ਰਿਟੀ ਦਾ ਮਤਲਬ ਜਿਹੜਾ ਆਪਾਂ ਪੂਰਾ ਉਹ ਹੈ, ਭਾਰਤ ਦਾ ਜਿਹੜਾ ਨਕਸ਼ਾ ਹੈ ਉਸ ਤਰੀਕੇ ਨਾਲ ਉਹਨੂੰ ਤੋੜਨਾ ਨਹੀਂ, ਜੰਮੂ ਕਸ਼ਮੀਰ ਅੱਡ ਨਹੀਂ ਜਾਣ ਦੇਣਾ, ਉਧਰੋਂ ਅਰੁਣਾਚਲ ਪ੍ਰਦੇਸ਼ ਨਹੀਂ ਜਾਣ ਦੇਣਾ, ਇੱਧਰੋਂ ਗੁਜਰਾਤ ਨਹੀਂ ਜਾਣ ਦੇਣਾ, ਇੰਟੀਗ੍ਰੇਟਡ, ਠੀਕ ਹੈ। ਹੋ ਗਏ ਸਾਰੇ ਵਰਡ ਕਲੀਅਰ। ਇਨ ਆਰ ਕਨਸਟੀਟਿਊਐਂਟ ਅਸੈਂਬਲੀ, ਹੁਣ ਇਹ ਸੀਗਾ देखो सोवरेन सोशलिस्ट सेक्युलर डेमोक्रेटिक रिपब्लिक ऑब्जेक्टिव्स इन रेफरेंस टू सिटीज सॉरी ये हो गया अपना पेन का कलर चेंज कर ला एक मिनट जेड़ा सोवरेन सोशलिस्ट सेक्युलर डेमोक्रेटिक रिपब्लिक है ये हो गया नेचर अपने कंट्री दा नेचर ये हो गया अपना सोर्स ऑफ अथॉरिटी एसओए लिख रहा मैं ये लिबर्टी जस्टिस लिबर्टी इक्वालिटी फ्रेटर्निटी एक ही है अपना ऑब्जेक्टिव्स इन रेफरेंस टू सिटीजंस भी आपा जेडे नागरिक ने उन्हां नूं किदां दा हक देना ते इन आवर कॉन्स्टिट्यूएंट असेंबली दिस 26th डे ऑफ नवंबर 26 नवंबर 1949 1949 इस दिन आपा की कीता एडॉप्ट कीता एनैक्ट कीता ते अपने आप नूं एक कॉन्स्टिट्यूशन दिता डेट ऑफ एडॉप्शन की है 26 नवंबर 1949
तो सर फिर आप 26 जनवरी ਨੂੰ क्यों मनाने सर 26 नवंबर 1949 ਨੂੰ सब कुछ हो चुका है सब कुछ बट ਇਹਦੀ एक हिस्टोरिकल इंपोर्टेंस है कि आप 26 जनवरी 1950 ਨੂੰ क्यों स्टार्ट स्पोक किया सी कमेंस किया सी अपना कॉन्स्टिट्यूशन दिसंबर 1929 दिसंबर 1929 जवाहरलाल नेहरू साहब ने कांग्रेस के एक सैशन अनाउंस किया कि आने वाली 26 जनवरी 1930 ਨੂੰ ਅਸੀਂ स्वतंत्रता इंडिपेंडेंस लैके रहांगे ਤੇ ਉਹ 26 जनवरी 1930 ਨੂੰ ਆਪਾਂ 1930 ਤੋਂ ਆਪਾਂ ਇਹਨੂੰ ਇੰਡੀਪੈਂਡੈਂਸ ਡੇ ਬਣਾਵਾਂਗੇ ਬਟ ਅਨਫੋਰਚੂਨੇਟਲੀ ਇਹ ਨਹੀਂ ਹੋ ਸਕਿਆ ਕੰਡੀਸ਼ਨ ਸਿਚੁਏਸ਼ਨਸ ਇਦਾਂ ਦੀ ਸੀਗੀਆਂ ਬਟ ਅਸੀਂ ਰਾਵੀ ਰਿਵਰ ਦੇ ਨੇੜੇ ਅਸੀਂ ਝੰਡਾ ਵੀ ਫਹਰਾਇਆ ਤੁਸੀਂ ਹਿਸਟਰੀ 'ਚ ਪੜੋਗੇ ਬਟ ਉਹ 26 ਜਨਵਰੀ 1930 ਨੂੰ ਯਾਦ ਕਰਦੇ ਹੋਏ ਆਪਾਂ 2 ਮਹੀਨੇ ਇਹ ਚੀਜ਼ ਨੂੰ ਡਿਲੇ ਕੀਤਾ ਤਾਂ 26 ਜਨਵਰੀ 1950 ਨੂੰ ਆਪਾਂ ਬਣਾਇਆ ਰਿਪਬਲਿਕ ਡੇ this is the date of adoption this is the date of commencement date of commencement date of adoption enactment भी यही है कुछ चीज़ां जिदा citizenship आर्टिकल 5 6 7 8 9 10 ये अप्लाई करती सी है ना कुछ चीज़ां इत्थे अप्लाई हो गई सी कुछ हले रहिंदियां सी तो पूरा का पूरा संविधान है वो 26 जनवरी 1950 ਨੂੰ स्टार्ट कर दिता गया ये है अपना प्रीएम्बल ठीक है प्रीएम्बल के बारे कुछ होर चीज़ां इक्वालिटी फ्रेटर्निटी हो गया डेट ऑफ एडॉप्शन हो गया अपना लीगल स्टेटस ऑफ प्रीएम्बल लीगल स्टेटस ऑफ प्रीएम्बल का इत्थे मतलब है कि आपां प्रीएम्बल दे बेसिस ते आपां कोई कानून बना सकते हैं या नहीं बना सकते सिर्फ और सिर्फ प्रीएम्बल दे बेसिस ते तुसी कोई कानून नहीं बना सकते हो सिर्फ और सिर्फ प्रीएम्बल के बेसिस ते जे तुसी कानून नहीं बना सकते हो तो तुसी जस्टिस भी नहीं लै सकते हो जो कानून नहीं होगा तो जस्टिस किद्दां लै लोगे है ना मतलब कि तुसी कहो भी मैनू इक्वालिटी चाहिए है जी इहने मेरे नाल गलत किया जी डिस्क्रिमिनेशन किया जी इहने मेरे नाल जज पूछेगा जी इक्वालिटी की हुंदा है तुसी कहोगे देखो जी प्रीएम्बल च लिखा हुआ इक्वालिटी जज साहब कहोगे नहीं तुसी गलत कर रहे हो साहब ਅਸੀਂ प्रीएम्बल के बेसिस ਤੇ कोई एनफोर्समेंट नहीं कर सकते कोई कानून नहीं बना सकते तो इक्वालिटी बेसिस ਤੇ कानून हैगा हाँ जी हैगा क्योंकि वो इक्वालिटी आर्टिकल 15 16 च लिखा होया है तुसी सिर्फ और सिर्फ प्रीएम्बल के बेसिस ਤੇ कानून नहीं बना सकते हाँ संविधान के अंदर कुछ लिखा होया कॉन्स्टिट्यूशन के अंदर कुछ लिखा होया ਉਹਦੇ बेसिस ਤੇ कोई सेम चीज प्रीएम्बल च लिखी हुई ता बना सकते हो सिर्फ प्रीएम्बल के बेसिस पे तुसी कोई कानून नहीं बना सकते लीगल स्टेटस ऑफ प्रीएम्बल इज प्रीएम्बल पार्ट ऑफ कॉन्स्टिट्यूशन यस प्रीएम्बल इज अ पार्ट ऑफ कॉन्स्टिट्यूशन नॉर्मली ये डिबेट मतलब जजमेंट के बेसिस पे केशवानंद भारती जजमेंट है वो बेसिस के ऊपर दस रहा मैं कि प्रीएम्बल इज द पार्ट ऑफ द कॉन्स्टिट्यूशन चलो नेक्स्ट प्रीएम्बल वाला टॉपिक खत्म हुण आ जाओ यूनियन एंड इट्स टेरिटरी यूनियन एंड इट्स टेरिटरी ये जिहड़ा पार्ट ये है पार्ट 1 हुण देखो जिहड़ा नॉर्मली की हुंदा है कि एक बुक है एक बुक नूं काफ़ी सारे चैप्टर्स आपां डिवाइड कर रखे उदां ही जिहड़ा अपना संविधान है उन्होंने आपां कुछ पार्ट्स च डिवाइड कर रखे तो इदां समझ लो कि चैप्टर पार्ट 1 इज द चैप्टर 1 ये पार्ट 1 किस चीज़ की गल करता है यूनियन एंड इट्स टेरिटरी पार्ट 1 ठीक है पार्ट 1 यूनियन एंड इट्स टेरिटरी की गल करता है ये पार्ट्स 4 आर्टिकल ने आर्टिकल 1 टू आर्टिकल 4 ठीक है ये गल करता है कि जिहड़ा अपना टेरिटरी है जिहड़े अपने भारत की टेरिटरी है वो की आऊगा ये सब कुछ ठीक है स्टार्ट करते हैं जिसका नाम दस ही रहा यूनियन एंड टेरिटरी पूरा जिहड़ा अपना जियोग्राफिकल एरिया वो गल हो रही है तो आर्टिकल जिहड़ा 1 है वो गल करता है कि इंडिया देखो सेम आर्टिकल मैं इधर मैं जिहड़े आर्टिकल इंपॉर्टेंट ने उहदे मैं एज इट इज मैंशन किया है क्योंकि कदे कदे हो सकता है कि तुहानूं एज इट इज वर्ड क्वेश्चन च मिल जाए एज इट स्टेटमेंट क्वेश्चन च मिल जाए तो तुहानूं इदां होवे कि हाँ असीं पार्ट रखे तो तुसी आपदे कोल एक बेयर एक्ट भी रखना है बेयर एक्ट ऑफ कॉन्स्टिट्यूशन बेयर एक्ट ऑफ कॉन्स्टिट्यूशन का मतलब 100 150 की कोई बुक होगी जिद्दां दा संविधान एक्चुअल च लिखिया है उदां ही एज इट इज वर्ड्स तुहानूं इहदे च मिल जाणगे वो तुहानूं कदों समझ आऊगा तुसी सारे लैक्चर देख लो
ਤਾਂ ਤੁਹਾਨੂੰ ਸਾਰੇ ਆਲਮੋਸਟ ਸਾਰੇ ਆਰਟੀਕਲ ਜਿਹੜੇ ਇੰਪੋਰਟੈਂਟ ਉਹ ਸਮਝ ਆ ਜਾਣ, ਕਿਉਂਕਿ ਐਜ਼ ਇਟ ਇਜ਼ ਵਰਡਸ ਤੁਸੀਂ ਐਕਸਪੈਕਟ ਕਰ ਸਕਦੇ ਹੋ ਪੇਪਰ 'ਚ। ਤਾਂ ਆਰਟੀਕਲ 1 ਕੀ ਬੋਲਦਾ ਹੈ ਕਿ ਨੇਮ ਐਂਡ ਟੈਰੀਟਰੀ ਆਫ ਦ ਯੂਨੀਅਨ, ਇੰਡੀਆ दैट इज भारत शॉल बी अ यूनियन ऑफ स्टेट्स, ਇਹ ਸਟੇਟਸ ਦਾ ਇੱਕ ਯੂਨੀਅਨ ਹੋਣਾ ਚਾਹੀਦਾ, ਤੇ ਸਾਰੇ ਦੇ ਸਾਰੀ ਸਟੇਟਸ ਤੇ ਟੈਰੀਟਰੀਜ਼ ਦਾ ਨਾਮ ਫਰਸਟ ਸ਼ਡਿਊਲ ਚ ਮੈਂਸ਼ਨ ਹੈ। ਦੇਖੋ ਪਾਰਟ ਕੀ ਹੁੰਦਾ ਹੈ, ਆਪਾਂ ਪੂਰੇ ਕਨਸਟੀਟਿਊਸ਼ਨ ਨੂੰ ਕੁਝ ਚੈਪਟਰਸ ਵਿਡਾਈਡ ਕਰਤਾ ਪਾਰਟ। ਹੁਣ ਇਹ ਚੈਪਟਰ ਚ ਮੰਨ ਲਓ ਜਿੱਦਾਂ ਆਰਟੀਕਲ 1 ਹੈ, ਆਰਟੀਕਲ 1 ਚ ਕਹਿੰਦਾ ਵੀ ਸਾਡੇ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਹੈ। ਹੁਣ ਆਪਣੇ ਕੋਲ ਤਾਂ 28 ਸਟੇਟਸ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ। ਹੁਣ ਇਹ 28 ਸਟੇਟਸ ਟਾਈਮ ਟੂ ਟਾਈਮ ਚੇਂਜ ਵੀ ਹੋ ਸਕਦਾ, ਜਦ 2019 ਚ ਹੋਣੇ ਚੇਂਜ ਹੋਏ ਸੀ, ਜੰਮੂ ਕਸ਼ਮੀਰ ਸਟੇਟ ਨੂੰ ਆਪਾਂ ਚੇਂਜ ਕਰਕੇ 2 ਯੂਨੀਅਨ ਟੈਰੀਟਰੀਜ਼ ਬਣਾਈਆਂ। ਉਸ ਤੋਂ ਪਹਿਲਾਂ ਦਮਨ ਐਂਡ ਦਿਊ ਅੱਡ ਸੀਗਾ, ਦਾਦਰਾ ਐਂਡ ਨਗਰ ਹਵੇਲੀ ਦੋਨੋਂ ਅੱਡ ਅੱਡ ਯੂਟੀ ਸੀਗੀਆਂ, ਹੁਣ ਉਹਨਾਂ ਨੂੰ ਦੋਨਾਂ ਨੂੰ ਇੱਕ ਯੂਨੀਅਨ ਟੈਰੀਟਰੀ ਕਰਤਾ। ਤਾਂ ਫਿਰ ਇਹ ਚੇਂਜ ਹੁੰਦਾ ਰਹੂਗਾ, ਬਟ ਇਹ ਪੂਰੀ ਲਿਸਟ ਕਿੱਥੇ ਹੈ? ਇਹ ਪੂਰੀ ਲਿਸਟ ਹੈ ਫਰਸਟ ਸ਼ਡਿਊਲ ਚ। ਪਾਰਟ ਹੈ ਕਿਸੇ ਨੂੰ ਆਪਾਂ ਚੈਪਟਰ ਨੂੰ ਪੂਰੀ ਬੁੱਕ ਨੂੰ ਡਿਵਾਈਡ ਕਰਤਾ, ਸ਼ਡਿਊਲ ਉਹ ਹੋਣਗੇ ਜਿਹੜੇ ਇਹ ਆਰਟੀਕਲਸ ਨੂੰ ਹੈਲਪ ਕਰਨਗੇ, ਸਪੋਰਟ ਕਰਨਗੇ। ਕਿ ਮੰਨ ਲਓ ਕੋਈ ਲਿਸਟ ਹੈ ਤਾਂ ਤੁਹਾਨੂੰ ਨਾਰਮਲੀ ਕਿਸੇ ਸ਼ਡਿਊਲ 'ਚ ਹੀ ਮਿਲੂਗੀ, ਉਹਦੇ 'ਚ ਮੈਂਸ਼ਨ ਕੀਤਾ ਜਾਊਗਾ ਕਿ ਇਹ ਸਾਰੀ ਲਿਸਟ ਤੁਹਾਨੂੰ ਇਹ ਸ਼ਡਿਊਲ 'ਚ ਮਿਲ ਜੂਗੀ, ਕਿਉਂਕਿ ਉਹਦੇ ਵਿੱਚ ਐਡ ਕਰਾਂਗੇ ਤਾਂ ਵਾਰੀ ਚੇਂਜ ਕਰਨਾ ਪਊਗਾ। ਤਾਂ ਬਸ ਸ਼ਡਿਊਲ ਜਿੰਨੇ ਵੀ ਹੈ, ਜਿੰਨੇ ਵੀ ਸਪੋਰਟਿੰਗ ਹੈ, ਸ਼ਡਿਊਲ ਕੀ ਹੈ, ਸਪੋਰਟ ਕਰਦਾ ਇਹਨਾਂ ਨੂੰ। ਸ਼ਡਿਊਲ ਜਿੰਨੇ ਵੀ ਹੈ ਸਾਰੇ ਸੰਵਿਧਾਨ ਦੇ ਲਾਸਟ ਹੈ। The state and union territories therefore shall be specified in the first schedule। ਚਲੋ ਖਤਮ, ਹੁਣ ਉੱਥੇ ਚੇਂਜ ਕਰਦੇ ਰਹੋ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਹੁਣ ਆਪਾਂ ਨੂੰ ਆਰਟੀਕਲ ਨਹੀਂ ਚੇਂਜ ਕਰਨਾ ਪਊਗਾ। ਤਾਂ ਬਸ ਇਹਦੇ 'ਚ ਆਪਾਂ ਡਿਟੇਲ ਜਾਣ ਦੀ ਕੋਈ ਜ਼ਰੂਰਤ ਨਹੀਂ ਗੀ, ਠੀਕ ਹੈ। ਇਹਦੇ ਵਿੱਚ ਆਪਣੇ ਕੀ ਰਹਿਣਗੇ, ਸਟੇਟਸ ਵੀ ਰਹਿਣਗੀਆਂ, 28 ਸਟੇਟਸ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ। ਫਾਈਨ, 28 ਸਟੇਟਸ ਐਂਡ 8 ਯੂਨੀਅਨ। ਤਾਂ ਫਰਸਟ ਆਰਟੀਕਲ ਕੀ ਕਹਿੰਦਾ ਹੈ कि इंडिया जो कि भारत है वो यूनियन ऑफ स्टेट्स है, वो यूनियन ऑफ स्टेट्स है, ठीक है। चलो नेक्स्ट आर्टिकल 2। आर्टिकल 2 गल करता है कि एक्सटर्नल चेंजेस की गल करता है। एक्सटर्नल चेंजेस की मान लो आपां कोई पार्ट ਜਿਹੜਾ ਭਾਰਤ ਦਾ ਪਹਿਲਾਂ ਕੋਈ ਪਾਰਟ ਨਹੀਂ ਸੀਗਾ, ਆਪਾਂ ਕੋਈ ਭਾਰਤ ਦਾ ਜਿੱਦਾਂ ਮੰਨ ਲਓ ਅੱਜ ਪਾਕਿਸਤਾਨ ਨੂੰ ਆਪਾਂ ਆਕੂਪਾਈ ਕਰ ਲਿਆ, ਤਾਂ ਜਦੋਂ ਆਪਾਂ ਪਾਕਿਸਤਾਨ ਨੂੰ ਆਕੂਪਾਈ ਕਰਾਂਗੇ ਉਹਨੂੰ ਕੋਈ ਨਵੀਂ ਸਟੇਟ ਦਾ ਪਾਰਟ ਦੇਣਾ ਪਊਗਾ, ਜਾਂ ਉਹਨੂੰ ਮੰਨ ਲਓ ਪੰਜਾਬ ਦਾ ਪਾਰਟ ਬਣਾਵਾਂਗੇ, ਕੁਝ ਪਾਰਟ ਪੰਜਾਬ ਦਾ ਬਣਾ ਲਿਆ, ਕੁਝ ਪਾਰਟ ਜੰਮੂ ਕਸ਼ਮੀਰ ਦਾ ਬਣਾ ਲਿਆ, ਕੁਝ ਪਾਰਟ ਗੁਜਰਾਤ ਦਾ ਬਣਾ ਲਿਆ, ਤਾਂ ਉਹ ਸਟੇਟ ਦੀ ਟੈਰੀਟਰੀ ਚੇਂਜ ਆਊਗਾ। ਤਾਂ ਉਹਦੇ ਵਾਸਤੇ ਆਪਾਂ ਨੂੰ ਚੇਂਜ ਜਿਹੜਾ ਆਪਣਾ ਕਨਸਟੀਟਿਊਸ਼ਨ ਉਹ ਚੇਂਜ ਕਰਨਾ ਪਊਗਾ। ਉਹ ਕਨਸਟੀਟਿਊਸ਼ਨ ਚੇਂਜ ਉਹ ਆਪਣੇ ਕੋਲ ਹੱਕ ਕਿੱਥੋਂ ਆਊਗਾ, ਪਾਰਲੀਮੈਂਟ ਨੂੰ ਹੱਕ ਕਿੱਥੋਂ ਆਊਗਾ ਕਿ ਆਪਾਂ ਉਹ ਚੀਜ਼ ਨੂੰ ਆਪਾਂ ਇੰਡੀਆ ਦਾ ਪਾਰਟ ਬਣਾ ਲਈਏ। ਆਰਟੀਕਲ 2। ਜਦੋਂ ਵੀ ਕੋਈ ਐਕਸਟਰਨਲ ਚੇਂਜ ਹੋਊਗਾ, ਮਤਲਬ ਕਿ ਆਪਾਂ ਕੋਈ ਇੰਡੀਆ ਦੇ ਬਾਹਰ ਦਾ ਕੋਈ ਪਾਰਟ ਜਿਹੜਾ ਪਹਿਲਾਂ ਇੰਡੀਆ ਦੀ ਟੈਰੀਟਰੀ ਨਹੀਂ ਹੈਗਾ, ਉਹਨੂੰ ਆਪਾਂ ਇੰਡੀਆ ਦੀ ਟੈਰੀਟਰੀ ਬਣਾਵਾਂਗੇ, ਉਹ ਕਿਸ ਆਰਟੀਕਲ ਦੇ ਅੰਡਰ ਹੋਊਗਾ? ਆਰਟੀਕਲ 2 ਦੇ। ਤਾਂ ਹੀ ਐਡਮਿਸ਼ਨ ਔਰ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ, ਤੁਸੀਂ ਨਈ ਸਟੇਟਸ ਦੀ ਐਡਮਿਸ਼ਨ ਕਰ ਰਹੇ ਹੋ ਆਪਣੀ ਟੈਰੀਟਰੀ 'ਚ, ਆਪਣੀ ਜਿਓਗ੍ਰਾਫੀਕਲ ਏਰੀਆ 'ਚ ਨਈ ਸਟੇਟਸ ਦੀ ਉਹ ਕਰ ਰਹੇ ਹੋ। ਤੁਸੀਂ ਇਹਨੂੰ ਯਾਦ ਕਰ ਸਕਦੇ ਹੋ एक्सटर्नल चेंजेस का, ठीक है। बस ਇਹਦੇ ਜ਼ਿਆਦਾ ਮੈਂ ਡਿਟੇਲ ਚ ਨਹੀਂ ਜਾਵਾਂਗਾ, ਤੁਹਾਡੇ ਤੋਂ ਨਹੀਂ ਪੁੱਛਣ ਵਾਲਾ। ਇਹ ਟੌਪਿਕ ਆਪਦੇ ਆਪ ਚ ਬਹੁਤ ਵੱਡਾ ਹੈ ਕਿ ਕਿਸ ਤਰੀਕੇ ਦੇ ਐਕਸਟਰਨਲ ਚੇਂजेस ਹੁੰਦੇ ਆ, ਕਾਫੀ ਜ਼ਿਆਦਾ ਸੀਡਿੰਗ ਹੁੰਦਾ ਹੈ, ਸੈਟਲਿੰਗ ਹੁੰਦਾ ਹੈ, ਕਾਫੀ ਕੁਝ ਠੀਕ ਹੈ। ਉਹਦੇ ਚ ਆਪਾਂ ਨੂੰ ਜਾਣ ਦੀ ਲੋੜ ਨਹੀਂ। ਨੈਕਸਟ ਆਰਟੀਕਲ 3। ਆਰਟੀਕਲ 3 ਗੱਲ ਕਰਦਾ ਹੈ ਕਿ ਬਈ ਮੰਨ ਲਓ ਤੁਸੀਂ ਜਿੱਦਾਂ ਹੁਣੇ ਆਪਾਂ ਕੀਤਾ ਕਿ ਜੰਮੂ ਐਂਡ ਕਸ਼ਮੀਰ ਜਿਹੜੀ ਸਟੇਟ ਸੀਗੀ ਉਹਨੂੰ ਆਪਾਂ ਲਦਾਖ ਯੂਟੀ ਚ ਇੱਕ ਲਦਾਖ ਯੂਟੀ ਬਣਾਤੀ, ਇੱਕ ਜੰਮੂ ਐਂਡ ਕਸ਼ਮੀਰ ਯੂਟੀ ਬਣਾਤੀ। ਜਿੱਦਾਂ ਦਮਨ ਐਂਡ ਦਿਊ ਸੀਗਾ ਤੇ ਦਾਦਰਾ ਐਂਡ ਨਗਰ ਹਵੇਲੀ, ਉਹਨੂੰ ਆਪਾਂ ਇੱਕ ਹੀ ਯੂਟੀ ਬਣਾਤੀ। ਕਿਸੇ ਸਟੇਟ ਦਾ ਨਾਮ ਚੇਂਜ ਕਰਤਾ, ਕਿਸੇ ਯੂਟੀ ਦਾ ਨਾਮ ਚੇਂਜ ਕਰਤਾ, किसी 2 स्टेट ਨੂੰ ਮਿਲਾ ਕੇ ਇੱਕ ਯੂਟੀ ਬਣਾਤੀ, ਕਿਸੇ 2 स्टेट ਨੂੰ ਮਿਲਾ ਕੇ ਇੱਕ ਸਟੇਟ ਬਣਾਤੀ, ਕਿਸੇ ਇੱਕ ਸਟੇਟ ਤੋਂ 2 स्टेट ਬਣਾ ਦੀ। ਇਹ ਸਭ ਕੁਝ ਜਿਹੜੇ ਹੈ ਇਹ ਕੀ ਆਣਗੇ? ਇੰਟਰਨਲ ਚੇਂजेस। ਆਰਟੀਕਲ 3 इंटरनल चेंजेस, ठीक है। तो फॉर्मेशन ऑफ न्यू स्टेट्स बाय सेपरेशन ऑफ टेरिटरी फ्रॉम एनी स्टेट और बाय यूनाइटिंग 2 और मोर स्टेट्स और parts of states or by uniting any territory to any part of the state। कोई उसी increase the area of the state, तुसी किसी स्टेट ਨੂੰ ਵੱਡਾ ਕਰਤਾ, किसी स्टेट ਨੂੰ ਛੋਟਾ ਕਰਤਾ, ਉਹਦੀ ਬਾਉਂਡਰੀ ਚੇਂਜ ਕਰਤੀ, ਉਹਦਾ ਨਾਮ ਚੇਂਜ ਕਰਤਾ, ਇਹ ਸਭ ਆਰਟੀਕਲ 3 ਚ।
ਆਰਟੀਕਲ 4 ਥੋੜਾ ਜਿਹਾ ਟੈਕਨੀਕਲ ਹੈ, ਥੋੜਾ ਜਿਹਾ ਇਹਨੂੰ ਧਿਆਨ ਨਾਲ ਸੁਣਿਓ। ਇਹ ਕਹਿੰਦਾ ਹੈ ਪਾਰਲੀਮੈਂਟ ਨੇ ਕੀ ਮੈਂਸ਼ਨ ਕੀਤਾ ਸੀ ਕਿ ਜੋ ਵੀ ਐਕਸਟਰਨਲ ਚੇਂजेस ਹੋਣਗੇ, ਜੋ ਵੀ ਇੰਟਰਨਲ ਚੇਂजेस ਹੋਣਗੇ, मतलब ਆਰਟੀਕਲ 2 ਆਰਟੀਕਲ 3 ਚ ਜੋ ਵੀ ਚੇਂजेस ਹੋਣਗੇ ਉਹ ਚੇਂजेस ਪਾਰਲੀਮੈਂਟ ਸਿਰਫ ਇੱਕ ਸਿੰਪਲ ਮੈਜੋਰਿਟੀ ਤੋਂ ਕਰ ਸਕਦਾ ਹੈ, ਕਿ ਉਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਵੱਡੀ ਮੈਜੋਰਿਟੀ ਨਹੀਂ ਚਾਹੀਦੀ। ਕਿਸੇ ਪਾਰਲੀਮੈਂਟ ਨੇ ਡਿਸਾਈਡ ਕਰ ਲਿਆ ਕਿ ਚਲੋ ਜੀ ਅਸੀਂ ਪਾਕਿਸਤਾਨ ਨੂੰ ਅੱਜ ਬਣਾਉਣਾ ਹੈ, ਵਾਰ ਕਰਕੇ ਜਿੱਦਾਂ ਵੀ ਕਰਕੇ ਅਸੀਂ ਉਹ ਪਾਰਟ ਬਣਾ ਲਿਆ। ਬਟ ਸੁਪਰੀਮ ਕੋਰਟ ਕਹਿੰਦਾ ਕਿ ਐਕਸਟਰਨਲ ਚੇਂਜ ਜਿਹੜਾ ਤੁਸੀਂ ਕਰਨਾ ਹੈ ਆਰਟੀਕਲ 2 ਚ, ਉਹਦੇ ਚ ਇੱਕ ਟਾਈਪ ਆਫ ਚੇਂਜ ਹੁੰਦਾ ਜਿਹਨੂੰ ਆਪਾਂ ਸੀਡਿੰਗ ਕਹਿੰਦੇ ਆ, ਕਿ ਆਪਣਾ ਕੋਈ ਡਿਸਪਿਊਟ ਹੀ ਨਹੀਂ ਸੀਗਾ ਕਿਸੇ ਹੋਰ ਕੰਟਰੀ ਨਾਲ, ਬਟ ਆਪਾਂ ਫਿਰ ਵੀ ਉਹ ਚੀਜ਼ ਨੂੰ ਐਕਵਾਇਰ ਕਰ ਲਿਆ, ਉਹਦੇ ਵਾਸਤੇ ਤੁਹਾਨੂੰ ਸਪੈਸ਼ਲ ਮੈਜੋਰਿਟੀ ਦੀ ਜ਼ਰੂਰਤ ਪਊਗੀ। ਕਹਿਣ ਦਾ ਮਤਲਬ ਇਹ ਹੈ ਪਾਰਲੀਮੈਂਟ ਨੇ ਸਾਰੀ ਪਾਵਰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਆਰਟੀਕਲ 4 ਚ। ਉਹਨੇ ਕਿਹਾ ਕਿ ਆਰਟੀਕਲ 2 ਤੇ ਆਰਟੀਕਲ 3 ਦੇ ਤਹਿਤ, ਆਰਟੀਕਲ 2 ਤੇ ਆਰਟੀਕਲ 3 ਦੇ ਤਹਿਤ ਜੋ ਵੀ ਚੇਂजेस ਹੋਣਗੇ ਉਹ ਪਾਰਲੀਮੈਂਟ ਸਿੰਪਲ ਮੈਜੋਰਿਟੀ ਤੋਂ ਚੇਂजेस ਕਰ ਸਕਦਾ ਹੈ। ਸੁਪਰੀਮ ਕੋਰਟ ਕਹਿੰਦਾ ਕਿ ਨਹੀਂ ਜੀ, ਬਾਅਦ ਜਜਮੈਂਟ ਕਿ ਨਹੀਂ ਜੀ, ਜਿਹੜਾ ਤੁਸੀਂ ਆਰਟੀਕਲ 2 ਚ ਕੁਝ ਐਕਸਟਰਨਲ ਚੇਂਜ ਕਰੋਗੇ ਉਹਦਾ ਇੱਕ ਟਾਈਪ ਆਫ ਜਿਹੜਾ ਚੇਂਜ ਹੈ ਉਹ ਮੈਂ ਇੱਥੇ ਨਹੀਂ ਡਿਸਕਸ ਕਰੂੰਗਾ, ਉਹ ਜਿਹੜਾ ਇੱਕ ਟਾਈਪ ਆਫ ਚੇਂਜ ਹੈ ਉਹਦੇ ਵਾਸਤੇ ਤੁਹਾਨੂੰ ਸਪੈਸ਼ਲ ਮੈਜੋਰਿਟੀ ਦੀ ਜ਼ਰੂਰਤ ਪਊਗੀ, ਮਤਲਬ ਜੋ ਥੋੜੀ ਜਿਹੀ ਟਫ ਹੁੰਦੀ ਹੈ ਮੈਜੋਰਿਟੀ ਲੈਣਾ ਪਾਰਲੀਮੈਂਟ 'ਚ। ਤੁਹਾਨੂੰ ਇਹਨਾਂ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਸਿਰਫ ਆਰਟੀਕਲ 4 ਦੇ ਰਿਗਾਰਡਿੰਗ ਤੁਹਾਡੇ ਕੋਲ ਕੁਐਸਚਨ ਆਊਗਾ ਵੀ, देयर आर वेरी लीस्ट ਚਾਂਸਸ ਕਿ ਕੁਐਸਚਨ ਆਊਗਾ, ਬਟ ਜਸਟ ਬਿਕੋਜ਼ ਤੁਹਾਡੇ ਦਿਮਾਗ 'ਚ ਗੱਲ ਨਾ ਰਹਿ ਜਾਵੇ ਕਿ ਪਤਾ ਨਹੀਂ ਆਰਟੀਕਲ 4 ਚ ਇਹੋ ਜਿਹਾ ਕੀ ਸੀਗਾ ਜਿਹੜਾ ਸਮਝਾਇਆ ਨਹੀਂ, ਤਾਂ ਮੈਂ ਤੁਹਾਨੂੰ ਦੱਸ ਦੇਣਾ। ਬਟ ਇਹ ਆਪਣੇ ਕੁਐਸਚਨ ਆਪਣੇ ਵਾਸਤੇ ਨਹੀਂ ਹੈਗਾ, ਠੀਕ ਹੈ। ਬਸ ਤੁਸੀਂ ਨਾ ਸਮਝ ਲਓ ਕਿ ਪਾਰਲੀਮੈਂਟ ਨੇ ਸਿਰਫ ਕਿ ਇਹ ਕਿਹਾ ਇਹਦੇ 'ਚ ਕਿ 2 ਤੇ 3 ਆਰਟੀਕਲ ਜੋ ਚੇਂजेस ਕਰਾਂਗੇ ਸਿੰਪਲ ਮੈਜੋਰਿਟੀ ਤੋਂ ਕਰਾਂਗੇ, ਫਾਈਨ। ਇੱਥੇ ਯੂਨੀਅਨ ਟੈਰੀਟਰੀ ਖਤਮ ਹੁੰਦਾ। ਸਿਟੀਜ਼ਨशिप, ਸਿਟੀਜ਼ਨशिप ਦੀ ਬੇਸਿਕ ਦੇਖੋ, ਸਿਟੀਜ਼ਨशिप ਕੀ ਹੈ, ਆਪਣੇ ਭਾਰਤ 'ਚ ਕੁਝ ਲੋਕ ਰਹਿ ਰਹੇ ਆ, ਬਿਲਕੁਲ ਰਹਿ ਰਹੇ ਆ। ਇਹਦੇ 'ਚ ਦੋ ਤਰ੍ਹਾਂ ਦੇ ਲੋਕ ਨੇ, ਇੱਕ ਹੈ ਜਿਹੜੇ ਇੱਥੇ ਸਿਟੀਜ਼ਨਸ ਨੇ, ਇੱਕ ਹੈ ਜਿਹੜੇ ਇੱਥੇ ਫੋਰਨਰਸ ਨੇ, ਠੀਕ ਹੈ। ਸਿਟੀਜ਼ਨਸ ਦੋ ਤਰੀਕੇ ਦੇ ਹੋ ਸਕਦੇ। ਸਿਟੀਜ਼ਨਸ ਕੌਣ ਹੈ? ਜਿਹੜੇ ਇੱਥੇ ਵੋਟ ਪਾ ਸਕਦੇ ਹੈ, ਜਿਹੜੇ ਇਲੈਕਸ਼ਨ ਲੜ ਸਕਦੇ ਨੇ। ਫੋਰਨਰਸ ਕੌਣ ਹੈ? ਜਿਹੜੇ ਵੋਟ ਨਹੀਂ ਪਾ ਸਕਦੇ, ਜਿਹੜੇ ਇਲੈਕਸ਼ਨਸ ਨਹੀਂ ਲੜ ਸਕਦੇ, ਠੀਕ ਹੈ। ਸਿਟੀਜ਼ਨਸ ਦੋ ਤਰੀਕੇ ਦੇ ਹੁੰਦੇ ਆ, ਇੱਕ ਹੁੰਦੇ ਰੈਜ਼ੀਡੈਂਟ, ਕਿ ਮੈਂ ਭਾਰਤ ਦਾ ਨਾਗਰਿਕ ਹਾਂ ਪਰ ਮੇਰੀ ਰਿਹਾਇਸ਼ ਵੀ ਇੱਥੇ ਹੈ। ਮੈਂ ਨॉन ਰੈਜ਼ੀਡੈਂਟ, मैं भारत का नागरिक हाँ पर मेरी रिहाइश इत्थे नहीं हैगी, मैं फिलहाल बाहर रह रहा पिछले 6 महीने तो आई एम नॉट नॉन रेजिडेंट ऑफ इंडिया, NRI नॉन रेजिडेंट। हुण फर्क की है, ये भाई साहब नूं टैक्स देना पऊगा जे पिछले 6 महीने तो रह रहे हैं, ऑब्वियसली रेजिडेंट है। जे 6 महीने तो नहीं रह रहे तो इन्हों टैक्स नहीं देना, इन्हां दा फर्क है। फॉरनर भी दो बेसिस ते आपां कर सकते हैं, एक जिन्हां कोल वैलिड पासपोर्ट है ਤੇ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈ। ਇਹ ਦੂਜੇ ਤਰੀਕੇ ਦੇ ਫੋਰਨਰ ਕਿਹੜੇ ਹੈ? ਜਿਨ੍ਹਾਂ ਕੋਲ ਵੈਲਿਡ ਪਾਸਪੋਰਟ ਤੇ ਵੀਜ਼ਾ ਨਹੀਂ ਹੈ, ਠੀਕ ਹੈ। ਵੈਲਿਡ ਪਾਸਪੋਰਟ ਤੇ ਵੀਜ਼ਾ ਵਾਲੇ ਦੋ ਲੋਕੀ ਹੋ ਸਕਦੇ ਆ। ਮੰਨ ਲਓ ਵੈਲਿਡ ਪਾਸਪੋਰਟ ਤੇ ਵੀਜ਼ਾ ਵਾਲੇ ਕੌਣ ਹੋਣਗੇ? ਜਿਹੜੇ ਪੜ੍ਹਨ ਆਏ ਆ, ਘੁੰਮਣ ਆਏ ਆ, ਬਿਜ਼ਨਸ ਕਰਨ ਆਏ ਆ, ਆਪਦੇ ਜਵਾਕ ਦਾ ਕੋਈ ਇੱਥੇ ਐਡਮਿਸ਼ਨ ਕਰਾਉਣ ਆਏ ਹੈ, ਕਿਸੇ ਯੂਨੀਵਰਸਿਟੀ 'ਚ ਕਿਸੇ ਕਾਲਜ ਬਾਹਰੋਂ ਆਏ ਆ, वो वैलिड पासपोर्ट वीज़ा ते आए है ना, बिजनेस परपज़ ते, स्टडी परपज़ ते, जॉब परपज़ ते, ये चीज़ करने वास्ते आए। हुण ओहदे च भी दो तरीके हो सकते, एक मान लो एक हुंदा इहदे च फ्रेंडली एलियन हुंदा इहदे च, हलो ये एलियन भी कहंदे भाई, इहनूं कन्फ्यूज ना हो जाओ तुसीं। फ्रेंडली एलियन एक हुंदा है एनिमी एलियन। फ्रेंडली एलियन आए है, काम कर रहे हैं, उसका कोई टेंशन नहीं। एनिमी एलियन वो कंट्री के नागरिक, हालांकि उन्होंने कोल वैलिड पासपोर्ट वीज़ा है, वो कंट्री के नागरिक जिन्हां नाल अपनी कंट्री वॉर ते आ चुकी है ते मिनिस्ट्री ऑफ होम अफेयर्स ने उन्होंने एनिमी कंट्री दस दिता है, वो कंट्री के सारे नागरिक एनिमी एलियन हो जाएंगे उस डेट तो। बस इन्हां दा फर्क है। वैलिड पासपोर्ट वीज़ा, सॉरी इनवैलिड पासपोर्ट वीज़ा, एक लोग इहदा दे कि जिन्हां दे कंट्री च कुछ इदां दी प्रॉब्लम होगी, कुछ इहो दी त्रासदी आ गई, कुछ भी हो गया है ना, भी उत्थे अटैक हो गया,
ਲੋਕ ਗਰੀਬ ਸੀਗੇ, ਭੱਜ ਕੇ ਆ ਗਏ, ਬਸ ਉਹਨਾਂ ਕੋਈ ਧਿਆਨ ਨਹੀਂ ਰਿਹਾ ਵੀ ਅਸੀਂ ਪਾਸਪੋਰਟ ਵੀ ਚੱਕਣਾ ਹੈ ਜਾਂ ਵੀਜ਼ਾ ਲੈਣਾ ਹੈ, ਨਹੀਂ ਬਸ ਬਾਰਡਰ ਕ੍ਰਾਸ ਕੀਤਾ ਆ ਗਏ। ਉਹ ਕੌਣ ਹੋਣਗੇ? ਰੈਫਿਊਜੀਜ਼। ਵੈਲਿਡ ਪਾਸਪੋਰਟ ਵੀਜ਼ਾ ਲੈ ਸਕਦੇ ਸੀਗੇ ਪਰ ਨਹੀਂ ਲੈ ਪਾਏ। ਦੂਜਾ, ਜੋ ਵੈਲਿਡ ਪਾਸਪੋਰਟ ਵੀਜ਼ਾ ਇੰਟੈਂਸ਼ਨਲੀ ਨਹੀਂ ਲੈ ਕੇ ਆਏ, ਕਿਸੇ ਗਲਤ ਮੋਟਿਵ ਤੋਂ ਆਏ, ਉਹਨਾਂ ਨੇ ਜਾਣ ਗਿਆ ਤਾਂ ਨਕਲੀ ਪਾਸਪੋਰਟ ਵੀਜ਼ਾ ਬਣਵਾਇਆ, ਜਾਂ ਉਹਨਾਂ ਨੇ ਜਾਣ ਕੇ ਕੁੱਦ ਕੇ ਆਏ ਵੀ ਕੋਈ ਏਦਾਂ ਕੋਈ ਕਾਰਨ ਨਹੀਂ ਸੀਗਾ, ਬਸ ਆ ਗਏ, ਨਾ ਪਾਸਪੋਰਟ ਨਾ ਵੀਜ਼ਾ ਦਿਖਾਇਆ, ਨਾ ਵੀਜ਼ਾ ਸੀ ਨਾ ਪਾਸਪੋਰਟ ਸੀ, ਜਾਂ ਵੀਜ਼ਾ ਹੀ ਨਹੀਂ ਸੀਗਾ, ਪਾਸਪੋਰਟ ਤੋਂ ਲੈ ਕੇ ਆਏ ਹੋ ਲੈ ਕੇ, ਪਰ ਦੀਵਾਰ ਕੁੱਦ ਕੇ ਆਏ। ਉਹ ਕਿਹੜੇ ਹੋਣਗੇ? ਇਲੀਗਲ ਮਾਈਗ੍ਰੈਂਟਸ ਹੋਣਗੇ। ਇਹ 6 ਤਰੀਕੇ ਦੇ ਲੋਕ: ਰੈਜ਼ੀਡੈਂਟ, ਨॉन रेजिडेंट, फ्रेंडली एलियन, एनिमी एलियन, रेफ्यूजीज, इलीगल माइग्रेंट। बस ये बेसिक सीगा जिहड़ा आपां समझना सीगा। हुण तुहानूं पिक्चर क्लीयर होगी। बस हुण कित्थों भी सिटीजनशिप पढ़ लो, कित्थों भी पढ़ लो, बेसिक क्लीयर होना चाहिए, फाउंडेशन नींव स्ट्रांग होनी चाहिए। चलो हुण जिहड़ा सिटीजनशिप है, सिटीजनशिप बारे इंडियन कॉन्स्टिट्यूशन जिहड़ा मैंशन है वो आर्टिकल 5 तो लेकर आर्टिकल 11 च मैंशन है। आर्टिकल 5 तो आर्टिकल 11 है ना। हुण आपां इहदा एक एक आर्टिकल डिस्कस नहीं करांगे क्योंकि ये पार्ट चों नॉर्मली क्वेश्चन नहीं आते होंगे, बहुत ज़्यादा रेयर, ठीक है, क्योंकि ये वो पढ़ते होंगे है जिहड़े लॉयर्स वगैरह होंगे सिटीजनशिप के रिगार्डिंग, ठीक है। तो सिटीजनशिप नूं आपां दो तरीके नाल पढ़ सकते हैं, एक कॉन्स्टिट्यूशन च पढ़ सकते हैं, एक आपां पढ़ सकते हैं सिटीजनशिप एक्ट 1955 च। जे आपां सिटीजनशिप की गल करनी है 26 जनवरी 1950 तक कि किनू सिटीजनशिप मिल सकती है, वो मान लो बाय बर्थ सिटीजनशिप 1950 तक किनू मिली, आर्टिकल 5 च मैंशन है। आर्टिकल 6 च मैंशन है कि कोई ਉਹਦਾ ਬਾਹਰ ਰਹਿੰਦਾ ਸੀਗਾ, ਪਾਕਿਸਤਾਨ ਚ ਰਹਿੰਦਾ ਸੀਗਾ ਤੇ ਇੰਡੀਆ ਚ ਆ ਗਿਆ 19 ਜੁਲਾਈ ਤੋਂ ਪਹਿਲਾਂ 19 ਜੁਲਾਈ 1948 ਤੋਂ ਪਹਿਲਾਂ ਉਹਨੂੰ ਵੀ ਸਿਟੀਜ਼ਨਸ਼ਿਪ ਮਿਲ ਜੂਗੀ। ਤਾਂ 26 ਜਨਵਰੀ 1950 ਤੱਕ ਸਿਰਫ ਸਿਟੀਜ਼ਨਸ਼ਿਪ ਗੱਲ ਕਰਦਾ ਹੈ, ਜਿਹੜੀ ਸਿਟੀਜ਼ਨਸ਼ਿਪ ਦੀ ਗੱਲ ਹੋਊਗੀ ਉਹ ਕਨਸਟੀਟਿਊਸ਼ਨ ਦੇ ਅੰਦਰ ਮੈਂਸ਼ਨ ਹੈ। 26 ਜਨਵਰੀ 1950 ਤੋਂ ਬਾਅਦ ਜੇ ਆਪਾਂ ਗੱਲ ਕਰਨੀ ਹੈ ਸਿਟੀਜ਼ਨਸ਼ਿਪ ਦੀ ਤਾਂ ਉਹਦੇ ਰਿਗਾਰਡਿੰਗ ਕੌਣ ਡਿਸਕਸ ਕਰੂਗਾ, ਉਹਦੇ ਬਾਰੇ ਉਹਦੇ ਬਾਰੇ ਕਿਹਦੇ ਚ ਮੈਂਸ਼ਨ ਹੋਊਗਾ? ਸਿਟੀਜ਼ਨਸ਼ਿਪ, ठीक है, क्योंकि बारी बारी आप कॉन्स्टिट्यूशन चेंज नहीं कर सकते ना। आने वाले टाइम उन्होंने पता सीगा कि आने वाले टाइम ज्यादा सिचुएशंस आणगियां जिहदे च इलीगल माइग्रेंट्स भी आ सकते हैं, रेफ्यूजीज भी आ सकते हैं, तो बारी बारी संविधान च चेंज करना बड़ा मुश्किल हो जाएगा। तो उन्होंने क्या आर्टिकल 11 च उन्होंने क्या आर्टिकल 11 कि 26 आर्टिकल 11 की लिखी गल दस 26 जनवरी 1950 तो बाद सिटीजनशिप किहनूं देनी है, की भी खारिज करनी है, ਉਹਦੇ ਬਾਰੇ ਪਾਰਲੀਮੈਂਟ ਇੱਕ ਕਾਨੂੰਨ ਬਣਾਊਗਾ। ਤਾਂ ਕਾਨੂੰਨ ਪਾਰਲੀਮੈਂਟ ਨੇ ਕਿਹੜਾ ਬਣਾਇਆ? ਸਿਟੀਜ਼ਨਸ਼ਿਪ ਐਕਟ 1955। ਅੱਜ ਜੇ ਤੁਹਾਨੂੰ ਕੋਈ ਸਿਟੀਜ਼ਨਸ਼ਿਪ ਮਿਲਦੀ ਹੈ ਇੰਡੀਆ ਦੀ, ਜਾਂ ਤੁਹਾਨੂੰ ਤੁਹਾਡੀ ਸਿਟੀਜ਼ਨਸ਼ਿਪ ਖੋ ਜਾਂਦੀ ਹੈ, ਤਾਂ ਉਹ ਕਿਸ ਹਿਸਾਬ ਨਾਲ ਹੁੰਦੀ ਹੈ? ਸਿਟੀਜ਼ਨਸ਼ਿਪ ਐਕਟ 1955 ਦੇ ਹਿਸਾਬ ਨਾਲ, ਠੀਕ ਹੈ। ਬਸ ਇਹ ਓਵਰਵਿਊ ਜਾਣਨਾ ਆਪਾਂ, ਹਰ ਇੱਕ ਐਕਟ ਇਹਦੇ ਚ ਨਹੀਂ ਡਿਸਕਸ ਕਰਨਾ, ਨਹੀਂ ਕੁਐਸਚਨ, ਠੀਕ ਹੈ। ਕਿਉਂਕਿ ਮੰਨ ਲਓ ਇੱਕ ਅੱਧਾ ਕੁਐਸਚਨ ਆ ਵੀ ਜਾਊਗਾ ਬਟ ਇਟ ਵਿਲ ਟੇਕ ਅ ਲੋਟ ਆਫ ਟਾਈਮ, ਬੜਾ ਕੰਪਲੈਕਸ ਹੈ ਇਹ ਵੀ ਚੀਜ਼, ਤਾਂ ਆਪਾਂ ਇਹਨੂੰ ਡਿਸਕਸ ਨਹੀਂ ਕਰਾਂਗੇ, ਠੀਕ ਹੈ। ਤੁਹਾਨੂੰ ਸਿਰਫ ਇੰਨਾ ਯਾਦ ਰੱਖਣਾ ਵੀ ਸਿਟੀਜ਼ਨਸ਼ਿਪ ਦੋ ਤਰੀਕੇ ਨਾਲ ਹੋ ਸਕਦੀ ਹੈ, ਕਨਸਟੀਟਿਊਸ਼ਨ ਦੇ ਹਿਸਾਬ ਨਾਲ 26 ਜਨਵਰੀ 1950 ਤੋਂ ਕਨਸਟੀਟਿਊਸ਼ਨ ਤੱਕ, 26 ਜਨਵਰੀ 1950 ਤੋਂ ਬਾਅਦ ਸਿਟੀਜ਼ਨਸ਼ਿਪ ਐਕਟ 1955। ਤੇ ਕਨਸਟੀਟਿਊਸ਼ਨ ਇੱਕ ਚੀਜ਼ ਹੋਰ ਮੈਂਸ਼ਨ ਹੈ ਕਿ ਡਿਊਅਲ ਸਿਟੀਜ਼ਨਸ਼ਿਪ ਨਹੀਂ ਹੋਊਗੀ, ਡਿਊਅਲ ਸਿਟੀਜ਼ਨਸ਼ਿਪ ਨਹੀਂ ਹੋਊਗੀ। ਜਿੱਦਾਂ USA ਚ ਕਿ ਇੱਕ ਸਿਟੀਜ਼ਨਸ਼ਿਪ ਤਾਂ ਤੁਹਾਨੂੰ ਮਿਲੂਗੀ ਜਿਹੜੇ ਤੁਸੀਂ ਸਟੇਟ 'ਚ ਰਹਿ ਰਹੇ ਹੋ, ਪ੍ਰੋਵਿੰਸ ਸਟੇਟ 'ਚ ਰਹਿ ਰਹੇ ਹੋ, ਇੱਕ ਤੁਹਾਨੂੰ USA ਦੀ ਸਿਟੀਜ਼ਨਸ਼ਿਪ ਮਿਲੂਗੀ। ਇੱਥੇ ਸਿਰਫ ਇੰਡੀਆ ਦੀ ਸਿਟੀਜ਼ਨਸ਼ਿਪ ਹੋਊਗੀ ਬਸ। ਇਹ ਨਹੀਂ ਕਿ ਤੁਸੀਂ ਯੂਪੀ ਦੀ ਸਿਟੀਜ਼ਨਸ਼ਿਪ ਤੁਹਾਨੂੰ ਮਿਲ ਰਹੀ ਹੈ, ਰਾਜਸਥਾਨ ਦੀ ਮਿਲ ਰਹੀ ਹੈ, ਪੰਜਾਬ ਦੀ ਅੱਡ ਹੈ, ਦੋ ਸਿਟੀਜ਼ਨਸ਼ਿਪ। ਤੇ ਨਾਲੇ ਇਹਦਾ ਇੱਕ ਮਤਲਬ ਹੋਰ ਹੈ ਕਿ ਤੁਸੀਂ ਡਿਊਅਲ ਸਿਟੀਜ਼ਨਸ਼ਿਪ ਦਾ ਮਤਲਬ ਕਿ ਨਹੀਂ, ਮਤਲਬ ਇੱਥੇ ਡਿਊਅਲ ਸਿਟੀਜ਼ਨਸ਼ਿਪ ਨਹੀਂ ਮਿਲਦੀ ਕਿ ਤੁਸੀਂ ਇੱਕ ਟਾਈਮ ਤੇ ਜਾਂ ਤਾਂ ਇੰਡੀਆ ਦੇ ਸਿਟੀਜ਼ਨ ਹੋ ਸਕਦੇ ਹੋ ਜਾਂ ਕਿਸੇ ਹੋਰ ਕੰਟਰੀ ਦੇ ਸਿਟੀਜ਼ਨ ਹੋ ਸਕਦੇ। ਜੇ ਤੁਸੀਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ ਤਾਂ ਤੁਸੀਂ ਇੰਡੀਆ ਦੀ ਸਿਟੀਜ਼ਨਸ਼ਿਪ ਖਤਮ ਹੋ ਜਾਊਗੀ ਤੁਹਾਡੀ, ਉਹ ਨਹੀਂ, ठीक है। ये मतलब दिस इज द मीनिंग ऑफ ए बी संविधान च मेंशन, कॉन्स्टिट्यूशन च मेंशन, फाइन। अज वास्ते इन्ना ही, कुछ आप प्रैक्टिस क्वेश्चन देख लें।
है ना, कुछ क्वेश्चन देख लेना अपनी प्रैक्टिस से, अपन पता लग जाएगा भी किदा होया। नाउ व्हाट वाज एग्जैक्ट कॉन्स्टिट्यूशनल स्टेटस ऑफ इंडिया ऑन 26 जनवरी 1950, 26 जनवरी 1950 ਨੂੰ ਆਪਣਾ ਕਨਸਟੀਟਿਊਸ਼ਨਲ ਸਟੇਟਸ ਆਫ ਇੰਡੀਆ ਕੀ ਸੀਗਾ? ਕੀ ਆਪਾਂ ਅ ਡੈਮੋਕ੍ਰੈਟਿਕ ਰਿਪਬਲਿਕ ਲਿਖਿਆ ਹੋਇਆ ਸੀਗਾ, ਅ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ ਲਿਖਿਆ ਹੋਇਆ ਸੀ, ਅ ਸੋਵਰਨ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਲਿਖਿਆ ਹੋਇਆ ਸੀ, ਜਾਂ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਲਿਖਿਆ ਹੋਇਆ ਸੀ? ਤਾਂ ਆਪਾਂ ਡਿਸਕਸ ਕਰ ਲਿਆ, ਬੜਾ ਈਜ਼ੀ ਹੈ। ਮੈਂ ਤੁਹਾਨੂੰ ਕਿਹਾ ਸੀਗਾ ਕਿ ਦੋ ਵਰਡ ਸੋਸ਼ਲਿਸਟ ਤੇ ਸੈਕੂਲਰ, ਇਹ ਦੋ ਵਰਡ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਦੇ ਤਹਿਤ ਐਡ ਕੀਤੇ ਗਏ। ਅੱਛਾ ਇੱਕ ਵਰਡ ਹੋਰ ਹੈਗਾ, ਮੈਂ ਤੁਹਾਨੂੰ ਇੱਥੇ ਦਿਖਾ ਦੇਣਾ, I forgot to mention it। ਆ ਜਿਹੜਾ ਵਰਡ ਹੈ ਇੰਟੀਗ੍ਰਿਟੀ, ਇਹ ਵਰਡ ਵੀ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਤੋਂ ਐਡ ਕੀਤਾ ਗਿਆ, ਠੀਕ ਹੈ 1976। ਤੇ ਤਿੰਨ ਵਰਡਸ ਹੈ ਜਿਹੜੇ ਪ੍ਰੀਐਮਬਲ ਜਿਹੜਾ ਚੇਂਜ ਲੈ ਕੇ ਆਇਆ। ਤਾਂ ਸੋਸ਼ਲਿਸਟ ਸੈਕੂਲਰ ਮੈਂ ਕੱਢਦਾ ਤਾਂ ਆਪਣੇ ਕੋਲ ਰਹਿ ਗਿਆ ਅ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ। ਆਂਸਰ ਇਜ਼ ਬੀ। ਕਮਿੰਗ ਔਨ ਟੂ ਨੈਕਸਟ, which one of the following objectives is not embodied in the preamble to the constitution of india? constitution of india ਚ ਕਿਹੜਾ objective mention ਨਹੀਂ ਹੈ? liberty of thought, economic liberty, liberty of expression or liberty of belief? ਸੋ ਧਿਆਨ ਨਾਲ ਦੇਖੋ ਜੇ preamble ਚ liberty of thought, expression, belief, faith and worship ਹੈ, economic liberty ਕਿੱਥੇ ਵੀ ਨਹੀਂ mention। ਉਹਨੇ ਕੀ ਪੁੱਛਿਆ? not embodied in the preamble of the constitution of india। Next, the mind of the makers of the constitution of india is reflected in which of the following? ਜਿਹੜੇ ਸੰਵਿਧਾਨ ਦੇ ਬਣਾਉਣ ਵਾਲੇ ਕਨਸਟੀਟਿਊਂਟ ਅਸੈਂਬਲੀ ਜਿਹੜੇ ਲੋਕ ਸੀਗੇ, ਉਹਨਾਂ ਦੇ ਦਿਮਾਗ 'ਚ ਜੋ ਚੀਜ਼ਾਂ ਸੀਗੀਆਂ ਉਹ ਕਿੱਥੇ ਮੈਂਸ਼ਨਡ ਹੈ ਕਨਸਟੀਟਿਊਸ਼ਨ 'ਚ? ਕਿ ਅਸੀਂ ਇਹ ਚੀਜ਼ ਬਾਰੇ ਡਿਸਕਸ ਕਰਾਂਗੇ। ਯਾਦ ਕਰੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀ ਕੀਤਾ ਸੀ? ਆਬਜੈਕਟਿਵ ਰੈਜ਼ੋਲੂਸ਼ਨ। ਆਬਜੈਕਟਿਵ ਰੈਜ਼ੋਲੂਸ਼ਨ ਦੀ ਕਾਪੀ ਕੀ ਹੈ? ਪ੍ਰੀਐਮਬਲ। ਇਹਦੇ ਫਿਲਹਾਲ ਆਪਾਂ ਨਹੀਂ ਜਾਣਾ, ਇਹਨੂੰ ਮੈਂ ਡਿਸਕਸ ਕਰੂੰਗਾ ਬਾਅਦ 'ਚ, ਠੀਕ ਹੈ। ਬਟ ਜਿਹੜਾ ਕਨਸਟੀਟਿਊਸ਼ਨ ਮੇਕਰਸ ਦੇ ਮਾਈਂਡ 'ਚ ਜੋ ਗੱਲ ਸੀਗੀ ਉਹ ਕਿੱਥੇ ਮੈਂਸ਼ਨਡ ਹੈ? ਪ੍ਰੀਐਮਬਲ 'ਚ, ਠੀਕ ਹੈ। ਨੈਕਸਟ, ਹਾਊ ਮੈਨੀ ਸਟੇਟਸ ਡਸ ਇੰਡੀਆ ਹੈਵ? ਇਹ ਤਾਂ ਬੜਾ ਸੌਖਾ ਹੈ, ਬੜਾ ਹੀ ਸਿੰਪਲ ਹੈ ਨਾ। ਵੀ ਹੈਵ 28 states and 8 union territories। 8 यूनियन टेरिटरीज केड़े केड़े? यूनियन टेरिटरीज केड़े केड़े? पहला ऊपर तो स्टार्ट हो जाइए, जम्मू एंड कश्मीर, दूसरा लद्दाख, तीसरा चंडीगढ़, चौथा दमन एंड दीव एंड दादरा एंड नगर हवेली, है ना, एक हो गया है। उस तो बाद पुडुचेरी, पौंडीचेरी का नाम चेंज करके पुडुचेरी कर दिता गया। 1 2 3 4 5, ठीक है 5। उस तो बाद दिल्ली, अच्छा दिल्ली रह गया ना विच, दिल्ली इत्थे लिख रहा मैं, लक्षद्वीप ते अंडमान एंड निकोबार। ਹੁਣ ਕੁਝ ਯੂਟੀਜ਼ ਐਦਾਂ ਨੇ, ਯੂਟੀ ਵੀ ਦੋ ਤਰੀਕੇ ਦੀ ਹੁੰਦੀ ਹੈ। ਯੂਟੀ ਇੱਕ ਹੁੰਦੀ ਹੈ ਜਿਹਦੇ ਚ ਲੈਜਿਸਲੇਚਰ ਹੁੰਦਾ ਵਿਦ ਲੈਜਿਸਲੇਚਰ, ਯੂਟੀ ਵਿਦ ਲੈਜਿਸਲੇਚਰ। ਇੱਕ ਹੁੰਦੀ ਹੈ ਯੂਟੀ ਵਿਦਾਊਟ ਲੈਜਿਸਲੇਚਰ। ਲੈਜਿਸਲੇਚਰ ਇਜ਼ ਵਿਧਾਨ ਸਭਾ, है ना, विधान सभा, स्टेट लेजिस्लेटिव असेंबली, एमएलए वाली असेंबली जिथे एमएलए बैठते हैं, विधान सभा। वो ਕਿਹੜੇ ਕਿਹੜੇ यूटी च विधान सभा हैगी है, किथे नहीं हैगी। जम्मू कश्मीर च विधान सभा हैगी है, दिल्ली च नाल विधान सभा हैगी है, ते अपना पुडुचेरी, ठीक है, पुडुचेरी, दिल्ली ते जम्मू कश्मीर च अपने विधान सभा हैगी है। बस फर्क ही होगा, जिहदे विद लेजिस्लेचर होगा ਉਹਦੇ ਚ ਆਪਣੇ ਕੋਲ ਚੀਫ ਮਿਨਿਸਟਰ ਸਾਹਿਬ ਹੋਣਗੇ ਤੇ ਲੈਫਟੀਨੈਂਟ ਗਵਰਨਰ ਹੋਣਗੇ। ਜਿਹੜੀ ਵਿਦਆਊਟ ਲੈਜਿਸਲੇਸ਼ਨ ਹੋਗੀ ਉਹਦੇ ਚ ਸਿਰਫ ਗਵਰਨਰ ਕਹਿ ਸਕਦੇ ਹੋ ਜਾਂ ਮੇਅਰ ਵਗੈਰਾ ਹੁੰਦੇ ਉੱਥੇ। ਮੇਅਰ ਤਾਂ ਚਲੋ ਮਿਊਨਿਸਪਲ ਉਹਦੇ ਤੋਂ ਉੱਪਰ ਹੁੰਦਾ, ਪਰ ਲੈਫਟੀਨੈਂਟ ਗਵਰਨਰ ਵਗੈਰਾ ਹੁੰਦਾ ਤੇ ਜਾਂ ਡਾਇਰੈਕਟਲੀ ਐਮਪੀ ਹੀ ਉੱਥੇ ਕਰਦਾ।
ठीक है, ਇੱਥੇ ਆਪਣੇ ਸੀਐਮ ਸਾਹਿਬ ਤੇ ਲੈਫਟੀਨੈਂਟ ਗਵਰਨਰ ਹੋਣਗੇ ਵਿਦ ਲੈਜਿਸਲੇਚਰ, ਸੀਐਮ ਸਾਹਿਬ ਵੀ ਹੋਣਗੇ ਕਿਉਂਕਿ ਉੱਥੇ ਸਟੇਟ ਲੈਜਿਸਲੇਟਿਵ ਅਸੈਂਬਲੀ। फाइन 28 स्टेट का नाम होने तुम आपको तुम आपे आप करोगे, ये थोड़ा आपे याद करने पैने। ठीक है, जम्मू कश्मीर, पुडुचेरी एंड दिल्ली ये विद लेजिस्लेचर ने, बाकी सारे विदाउट लेजिस्लेचर। पुडुचेरी के फर्दर पार्ट है, पुडुचेरी जो मैं देखा इत्थे तमिलनाडु के नेड़े इत्थे कित्थे है पुडुचेरी, इहदे सामने इत्थे है एक जगह माहे। ठीक है, इत्थे है कराईकाल, ऊपर जाके आंध्र प्रदेश को है यनम। ऑल दीज पार्ट्स देखो, ये तो पुडुचेरी ही है, पुडुचेरी इज इक्वल्स टू पुडुचेरी इज इक्वल्स टू कराईकाल प्लस माहे प्लस यनम प्लस पुडुचेरी इटसेल्फ। ठीक है, पुडुचेरी जिहड़ी टेरिटरी है, जिहड़ी यूटी है, उहदे च कराईकाल भी आंदा, यनम भी आंदा ते माहे भी आंदा, ध्यान रखना ये चीज का। फाइन, तो ये पूरा है। हुण इदां क्यों किया गया, क्योंकि इत्थे आपां फ्रेंच का डोमीनेशन सीगा, फ्रेंच है ना, तो फ्रेंच वो सीगी इत्थे फ्रेंच ने भी अपने ऊपर कुछ टाइम विच रूल करने की कोशिश की थी, वो इत्थों हट के गई। चलो, तो हाउ मेनी स्टेट्स डज इंडिया हैव? 28 स्टेट्स। फाइन, नेक्स्ट लास्ट क्वेश्चन, विच पार्ट ऑफ इंडियन कॉन्स्टिट्यूशन प्रोवाइड्स फॉर सिटीजनशिप? बड़ा ही सिंपल, बड़ा ही सिंपल है ना। पार्ट 1 च अपने कोल की है यूनियन टेरिटरी, पार्ट 2 च की है सिटीजनशिप। इदा के क्वेश्चन तुहानूं मिलणगे एग्जाम च, बड़े सिंपल। जो आप ये लैक्चर सीरीज को कंप्लीट कर लांगे तो इदा के ही बड़े सारे के सारे क्वेश्चन ऑलमोस्ट आपको सिंपल ही लगणगे। बस ओवरव्यू लेना, आपको ज़्यादा डेप्थ जाने की कोई जरूरत नहीं है। जे तुसीं ये साडी सीरीज देख लोगे, मैक्सीमम ऑफ क्वेश्चंस बड़े ईजीली तुसीं क्लीयर कर पाओ, बड़े ईजीली। मतलब जो नॉर्मल बच्चे, जो नॉर्मल कैंडीडेट वास्ते हो सकता है कि लगे उन्होंने कि हाँ टफ है, अपन लोगों की यार ईजी है, क्योंकि आप कंसैप्ट पे काम कर रहे हैं। फाइन, ठीक है सर, कल मिलते हैं सेम टाइम, तैयारी करते रहो, कीप वर्किंग हार्ड। थैंक यू।